ਤੁਸੀਂ ਦੇਖ ਰਹੇ ਹੋ ਆਪਣਾ ਫਰੈਂਡਸ ਚੈਨਲ। ਇਸ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ। ਥੈਂਕ ਯੂ। ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਟੈਕਸ ਦੀ ਸਹੀ ਜਾਣਕਾਰੀ ਚਾਹੁੰਦੇ ਹੋ ਤਾਂ MSS ਟੈਕਸ ਸਰਵਿਸ ਦੇ ਰਜਿਸਟਰਡ ਟੈਕਸ ਏਜੰਟ ਮਨਪ੍ਰੀਤ ਸਿੰਘ ਜੀ ਕਰ ਸਕਦੇ ਹਨ ਤੁਹਾਡੀ ਮਦਦ। MSS ਟੈਕਸ ਸਰਵਿਸ ਪ੍ਰੋਵਾਈਡ ਕਰਦੇ ਹਨ ਤੁਹਾਨੂੰ ਸਭ ਤੋਂ ਵਧੀਆ ਅਤੇ ਅਫੋਰਡੇਬਲ ਸਰਵਿਸ ਇਨਕਮ ਟੈਕਸ ਪ੍ਰੈਪਰੇਸ਼ਨ। ਸੰਪਰਕ ਕਰੋ MSS ਟੈਕਸ ਸਰਵਿਸ ਦੇ ਆਫਿਸ ਵਿੱਚ। MSS ਟੈਕਸ ਸਰਵਿਸ ਦੇ ਆਫਿਸ ਤੁਹਾਡੀ ਸਹੂਲਤ ਲਈ ਨੋਬਲ ਪਾਰਕ, ਮੋਰਡੀਆਲੋਕ ਅਤੇ ਐਪਿੰਗ ਵਿੱਚ ਸਥਿਤ ਹਨ। ਫੋਨ ਨੰਬਰ 0431457638। ਆਪਣਾ ਫਰੈਂਡਸ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਫ਼ ਤੇ ਸਿੱਧੀ ਗੱਲ ਮੇਰੇ ਨਾਲ, ਜਾਨੀ ਕਿ ਹਰਮੀਤ ਬਬਲਾ ਦੇ ਨਾਲ। ਅੱਜ ਮੇਰਾ ਸਾਥ ਦੇ ਰਹੇ ਨੇ ਇੱਕ ਐਸੀ ਸ਼ਖਸੀਅਤ, ਜਿਸ ਤਰ੍ਹਾਂ ਕਿ ਅਸੀਂ ਕਹਿੰਦੇ ਹੁੰਦੇ ਹਾਂ ਕਿ ਜਦੋਂ ਵੀ ਕੋਈ ਪੰਜਾਬ ਤੋਂ ਆਪਣੇ ਇੰਡੀਆ ਤੋਂ ਨਿਕਲ ਕੇ ਬਾਹਰ ਜਾ ਕੇ ਤੇ ਆਪਣਾ ਇੱਕ ਨਾਮ ਬਣਾਉਂਦਾ, ਉਹਦੇ ਨਾਲ ਸਿਰਫ ਉਸ ਬੰਦੇ ਦਾ ਨਹੀਂ, ਉਸ ਸ਼ਹਿਰ ਦਾ ਨਹੀਂ, ਅਸੀਂ ਇਹ ਕਹਿ ਸਕਦੇ ਕਿ ਉਸ ਮੁਲਕ ਦਾ ਪੂਰਾ ਨਾਮ, ਇੱਕ ਉਹ ਸਾਰੇ ਜਿੰਨੇ ਵੀ ਰਹਿਣ ਵਾਲੇ ਨੇ ਉਹਨਾਂ ਦਾ ਸਿਰ ਉੱਚਾ ਹੋ ਜਾਂਦਾ। ਤੇ ਜਦੋਂ ਕੋਈ ਬਾਹਰ ਦੇ ਮੁਲਕ ਦੇ ਵਿੱਚ ਉੱਥੋਂ ਦੀਆਂ ਇਲੈਕਸ਼ਨ ਦੇ ਵਿੱਚ ਕੋਈ ਪਾਰਟੀਸਪੇਟ ਕਰੇ ਤੇ ਇਹਦੇ ਨਾਲ ਆਪਾਂ ਨੂੰ ਥੋੜਾ ਜਿਹਾ ਹੋਰ ਜ਼ਿਆਦਾ ਜਿਹੜਾ ਮਾਣ ਮਹਿਸੂਸ ਹੁੰਦਾ ਕਿ ਆਪਣੀ ਕਮਿਊਨਿਟੀ ਦਾ ਇੱਕ ਬੰਦਾ ਕਿ ਉਸ ਮੁਲਕ ਦੇ ਵਿੱਚ ਜਾ ਕੇ ਆਪਣੀ ਕਮਿਊਨਿਟੀ ਨੂੰ ਵੀ ਰੈਪ੍ਰਜੈਂਟ ਕਰ ਰਿਹਾ। ਦੂਸਰਿਆਂ ਨੂੰ ਤੇ ਓਬਵੀਅਸ ਕਰੇਗਾ ਹੀ ਕਰੇਗਾ, ਮਗਰ ਆਪਣੀ ਕਮਿਊਨਿਟੀ ਦਾ ਸਿਰ ਜ਼ਿਆਦਾ ਉੱਚਾ ਰਹਿੰਦਾ। ਤੇ ਅੱਜ ਇਸੇ ਹੀ ਤਰ੍ਹਾਂ ਮੇਰੇ ਨਾਲ ਨੇ ਇਸ ਟਾਈਮ ਤੇ ਪ੍ਰੀਤ ਸਿੰਘ ਜੀ, ਜੋ ਕਿ ਚੇਅਰਮੈਨ ਨੇ ਲਿਬਰਲ ਪਾਰਟੀ ਦੇ ਟਾਰਗੇਟ ਤੋਂ। ਪ੍ਰੀਤ ਸਿੰਘ ਜੀ, ਤੁਹਾਡਾ ਸਾਫ਼ ਤੇ ਸਿੱਧੀ ਗੱਲ 'ਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਭਾਜੀ, ਥੈਂਕਸ ਫॉर ਹੈਵਿੰਗ ਮੀ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਤੇ ਪ੍ਰੀਤ ਸਿੰਘ ਜੀ, ਸਭ ਤੋਂ ਪਹਿਲੇ ਤੇ ਤੁਹਾਨੂੰ ਤੁਸੀਂ ਵਧਾਈ ਦੇ ਪਾਤਰ ਹੋ, ਆਪਣੀ ਕਮਿਊਨਿਟੀ ਨੂੰ ਰੈਪ੍ਰਜੈਂਟ ਕਰਨ ਜਾ ਰਹੇ ਹੋ। ਤੇ ਓਬਵੀਅਸ ਹੈ ਕਿ ਦੂਸਰੀ ਕਮਿਊਨਿਟੀ ਦੀ ਵੀ ਤੁਸੀਂ ਮੁੱਦੇ ਨਾਲ ਹੀ ਲੈ ਕੇ ਆਓਗੇ, ਤੇ ਪਰ ਫਿਰ ਵੀ ਆਪਣੀ ਕਮਿਊਨਿਟੀ ਦਾ ਇੱਕ ਇਹਦੇ ਨਾਲ ਬਹੁਤ ਜ਼ਿਆਦਾ ਸਿਰ ਉੱਚਾ ਹੁੰਦਾ ਜਦੋਂ ਆਪਣੀ ਕਮਿਊਨਿਟੀ 'ਚ ਕੋਈ ਬੰਦਾ ਖੜਾ ਹੁੰਦਾ। ਹਾਂਜੀ ਭਾਜੀ, ਆਪਣੀ ਕਮਿਊਨਿਟੀ ਜਿਹੜੀ ਆਪਣੀ ਸਿੱਖ ਕਮਿਊਨਿਟੀ ਤੁਸੀਂ ਕਹਿ ਲਓ, ਅਸੀਂ ਪਹਿਲਾਂ ਵੀ ਇੱਕ ਇੰਟਰਵਿਊ ਕੀਤਾ ਤੇ ਆਈ ਸੈਡ ਕਿ ਸਿੱਖਸ ਜਿਹੜੇ ਹੈਗੇ ਆ ਉਹ ਡਾਕਟਰਸ, ਇੰਜੀਨੀਅਰਸ ਨੇ, CEO ਵੀ ਹੈਗੇ ਵੱਡੀ ਵੱਡੀ ਕੰਪਨੀਆਂ ਦੇ, ਤੇ ਸਭ ਤੋਂ ਜ਼ਿਆਦਾ ਹਾਰਡ ਵਰਕਿੰਗ ਕੌਮ ਹੈਗੀ ਹੈ ਵਰਲਡ ਦੀ। ਵਨ ਆਫ ਦ ਮੋਸਟ ਹਾਰਡ ਵਰਕਿੰਗ ਪੀਪਲ ਸਿੱਖਸ ਆਰ। ਤੇ ਕਿਉਂ ਨਾ ਭਾਜੀ ਅਸੀਂ ਅੱਗੇ ਆਈਏ ਤੇ ਇੱਥੇ ਜਿਹੜੀ ਹੈਗੀ ਲੋਕਲ ਪੋਲਿਟਿਕਸ, ਆਸਟ੍ਰੇਲੀਅਨ ਪੋਲਿਟਿਕਸ ਹੈਗੀ, ਲੋਕਲ ਗਵਰਨਮੈਂਟ ਹੋਵੇ, ਭਾਵੇਂ ਸਟੇਟ ਗਵਰਨਮੈਂਟ ਹੋਵੇ ਜਾਂ ਫੈਡਰਲ ਗਵਰਨਮੈਂਟ ਹੋਵੇ, ਅਸੀਂ ਆਪਣਾ ਯੋਗਦਾਨ ਨਿਭਾ ਸਕਦੇ ਹਾਂ। ਨਾਟ ਓਨਲੀ ਕਿ ਅਸੀਂ ਆਪਣੀ ਕਮਿਊਨਿਟੀ ਦੀ ਵੌਇਸ ਬਣ ਕੇ ਆਈਏ, ਪਰ ਅਸੀਂ ਆਪਣੇ ਲੋਕਲ ਏਰੀਏ 'ਚ ਜਿੱਥੇ ਕਿ ਹੋਰ ਵੀ ਬਾਕੀ ਦੁਨੀਆ ਤੋਂ ਲੋਕ ਵਸਦੇ ਨੇ, ਫਿਲੀਪੀਨਸ ਤੋਂ ਨੇ, ਸੋਮਾਲੀਆ ਤੋਂ ਨੇ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਸਾਰੇ ਹੀ ਨੇ। ਹਾਂਜੀ, ਸ਼੍ਰੀਲੰਕਾ ਬਹੁਤ। ਵਿੰਡਮ ਜਿਹੜਾ ਹੈਗਾ ਇਟਸ ਅ ਵੈਰੀ ਡਾਈਵਰਸ ਲੋਕੈਲਿਟੀ, ਤੇ ਬਹੁਤ ਜ਼ਿਆਦਾ ਡਾਈਵਰਸ ਕਮਿਊਨਿਟੀ ਹੈਗੀ ਵਿੰਡਮ ਦੀ। ਤੇ ਇਟ ਵੁੱਡ ਬੀ ਅ ਪ੍ਰਿਵਿਲੇਜ ਟੂ ਰਿਪਰੈਜ਼ੈਂਟ ਦ ਪੀਪਲ ਆਫ ਵਿੰਡਮ ਜੇ ਮੌਕਾ ਮਿਲਦਾ। ਤੇ ਨਹੀਂ, ਠੀਕ ਹੈ। ਤੇ ਮੈਂ ਥੋੜਾ ਜਿਹਾ ਤੁਹਾਡੇ ਬਾਰੇ ਪਹਿਲੇ ਤੁਹਾਨੂੰ ਪਿੱਛੇ ਲੈ ਕੇ ਜਾਵਾਂ। ਤੇ ਮੇਰਾ ਇੱਕ ਸਭ ਤੋਂ ਪਹਿਲੇ ਸਟਾਰਟ ਕਰਨ ਤੋਂ ਪਹਿਲੇ ਇੱਕ ਕੁਐਸਚਨ ਹੈਗਾ ਤੁਹਾਨੂੰ, ਇਹ ਕਿ ਜਿਹੜਾ ਤੁਸੀਂ ਇਹਦੇ ਵਿੱਚ ਆਏ ਜੀ, ਇਹ ਤੁਹਾਡਾ ਇੱਕ ਸ਼ੌਂਕ ਹੈ ਕਿ ਪੋਲੀਟੀਸ਼ੀਅਨ ਦੇ ਵਿੱਚ ਜਾਣਾ, ਕਿ ਜਾਂ ਤੁਹਾਨੂੰ ਆਪਣੇ ਵਿੰਡਮ ਦੇ ਵਿੱਚ ਲੱਗਾ ਕਿ ਕੋਈ ਬੰਦਾ ਆਵਾਜ਼ ਇੱਥੋਂ ਉਠਾਏ ਤੇ ਮੈਂ ਲੋਕਾਂ ਦੀ ਆਵਾਜ਼ ਬਣ ਸਕਦਾ? ਇਹਨਾਂ ਦੋਵਾਂ 'ਚ ਤੁਸੀਂ ਕੀ ਚਾਹੁੰਦੇ ਜੀ? ਦੇਖੋ ਭਾਜੀ, ਪੋਲਿਟਿਕਸ 'ਚ ਮੈਂ ਪਿਛਲੇ 7-8 ਸਾਲ ਤੋਂ ਹੈਗਾ ਲਿਬਰਲ ਪਾਰਟੀ ਦੇ ਨਾਲ ਐਸੋਸੀਏਟਡ, ਤੇ you have to be in the system to make a change, ਹੈ ਨਾ ਭਾਜੀ। that's what I think ਕਿ ਜਦ ਤੱਕ ਤੁਸੀਂ ਸਿਸਟਮ 'ਚ ਨਹੀਂ ਹੈਗੇ, ਤੁਸੀਂ ਕਾਫੀ ਕੁਝ ਕਰ ਸਕਦੇ ਹੋ ਪਰ ਤੁਸੀਂ ਮਟੀਰੀਅਲ ਚੇਂਜ ਨਹੀਂ ਲੈ ਕੇ ਆ ਸਕਦੇ। ਉਹਦੇ ਲਈ ਤੁਹਾਨੂੰ ਕੋਈ ਪੋਜੀਸ਼ਨ ਹੋਲਡ ਕਰਨੀ ਜ਼ਰੂਰੀ ਹੈ। ਤੇ ਪਿਛਲੇ 7-8 ਸਾਲ ਤੋਂ ਅਸੀਂ, ਸਾਡੀ ਜਦੋਜਹਿਦ ਇਹੀ ਹੈ ਕਿ ਵੈਸਟ ਜਿਹੜਾ ਕਿ ਕਾਫੀ ਚਿਰ ਤੋਂ ਇਗਨੋਰ ਕੀਤਾ ਗਿਆ ਹੈ, ਸਟੇਟ ਗਵਰਨਮੈਂਟ ਹੋਵੇ ਭਾਵੇਂ ਫੈਡਰਲ ਦਾ ਜਿਹੜੇ ਮੈਂਬਰ ਹੈਗੇ ਇੱਥੇ, ਤੇ ਜਿਹੜੇ ਲੋਕੀ ਇੱਥੇ ਡਿਜ਼ਰਵ ਕਰਦੇ ਨੇ ਫੈਸਿਲਿਟੀਜ਼, ਉਹ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ। ਤੇ ਤੁਸੀਂ ਵੈਸਟ ਨੂੰ ਕੋਈ ਬਹੁਤ ਜ਼ਿਆਦਾ ਦੂਰ ਕੰਪੇਅਰ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਈਸਟਰਨ ਸਬਰਬਸ ਦੇ ਨਾਲ ਕੰਪੇਅਰ ਕਰਕੇ ਦੇਖੋ ਕਿ ਉੱਥੇ ਫੈਸਿਲਿਟੀਜ਼ ਲੋਕਾਂ ਨੂੰ ਕੀ ਮਿਲ ਰਹੀਆਂ ਤੇ ਇੱਥੇ ਵੈਸਟ 'ਚ ਕੀ ਮਿਲ ਰਹੀਆਂ। ਚਲੋ ਫਿਰ ਉਹਦੇ ਕੰਪੈਰੀਜ਼ਨ ਤੇ ਹੀ ਆਪਾਂ ਆ ਜਾਂਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਕਿਹੜੇ ਮੁੱਦੇ ਅੱਗੇ ਰੱਖਦੇ ਪਏ ਜੇ? ਤੇ ਇੱਕ ਚੀਜ਼ ਜਿਹੜੀ ਖਾਸ ਕਰਕੇ ਮੈਂ ਨੋਟ ਕੀਤੀ ਹੈ ਤੁਹਾਡੇ ਵੱਲੋਂ, ਜਿਹੜੀ ਅਗਲੇ ਕੁਝ ਦਿਨਾਂ ਤੋਂ ਤੁਸੀਂ ਆਪਣੇ ਪੇਜ ਦੇ ਉੱਤੇ ਵੀ ਪਾ ਰਹੇ ਹੋ, ਲੋਕਾਂ ਨੂੰ ਅਵੇਅਰ ਵੀ ਕਰਦੇ ਪਏ ਹੋ, ਇੱਕ ਤੁਸੀਂ ਬੋਲਿਆ ਕਿ ਪਟੀਸ਼ਨ ਤੁਸੀਂ ਦਾਇਰ ਕੀਤੀ ਹੋਈ ਹੈ। ਉਹ ਪਟੀਸ਼ਨ ਕੀ ਹੈਗੀ ਹੈ? ਥੋੜਾ ਜਿਹਾ ਦੱਸੋਗੇ ਉਹਦੇ ਬਾਰੇ?
ਹਾਂਜੀ ਚਲੋ ਬਿਫੋਰ ਵੀ ਸਟਾਰਟ ਭਾਜੀ ਆਈ ਜਸਟ ਵਾਂਟਡ ਟੂ ਕਲੈਰੀਫਾਈ ਕਿ ਜਿਹੜੀ ਲਿਬਰਲ ਪਾਰਟੀ ਹੈ ਉਹ ਕੈਂਡੀਡੇਟਸ ਇੰਡੋਰਸ ਨਹੀਂ ਕਰਦੀ ਅਨਲਾਈਕ ਅਦਰ ਪਾਰਟੀਆਂ ਗ੍ਰੀਨਸ ਹੋ ਗਈਆਂ ਜਾਂ ਲੇਬਰ ਹੋ ਗਈਆਂ ਤੇ ਆਬਵੀਅਸਲੀ ਪਾਰਟੀ ਦੀ ਬੈਕਗ੍ਰਾਉਂਡ ਤੋਂ ਇਟਸ ਅ ਬੈਨੀਫਿਟ ਕਿ ਤੁਸੀਂ ਜਿਹੜੀਆਂ ਉਹ ਵੈਲਿਊਜ਼ ਲੈ ਕੇ ਆ ਰਹੇ ਹੋ ਜਿਹੜੀਆਂ ਪਾਰਟੀ ਦੀ ਵੈਲਿਊਜ਼ ਹੁੰਦੀਆਂ ਟੂ ਮੇਕ ਯੂ ਮੋਰ ਕੰਪੀਟੈਂਟ ਪਟੀਸ਼ਨ ਦੀ ਭਾਜੀ ਗੱਲ ਕਰਦੇ ਰੋਥਵੈਲ ਸਟੇਟ ਐਟ ਦੇ ਟਾਰਨੇਟ ਚ ਨਾਟ ਟੂ ਫਾਰ ਫਰਮ ਵੇਅਰ ਆਈ ਲਿਵ ਜਦੋਂ ਸਟੇਟ ਬਣੀ ਸੀ ਪਹਿਲਾਂ ਤਾਂ ਸੈਟਲਮੈਂਟ ਕਾਫੀ ਲੋਕਾਂ ਦੀ ਡਿਲੇ ਹੋਈ ਫਿਰ ਜਦੋਂ ਲੋਕੀ ਵਸ ਗਏ ਤੇ ਉੱਥੇ ਪਾਰਕਸ ਪ੍ਰੋਮਿਸ ਕੀਤੀਆਂ ਸੀ ਤੇ ਅੱਜ 3 ਸਾਲ ਹੋ ਗਏ ਭਾਜੀ ਅੱਜ ਇੱਕ ਵੀ ਪਾਰਕ ਨਹੀਂ ਹੈਗੀ ਰੋਥਵੈਲ ਤੇ ਮੈਂ ਵੀਡੀਓ ਸ਼ੇਅਰ ਕੀਤਾ ਸੀ ਭਾਜੀ ਕਿ ਪਾਰਕ ਤਾਂ ਛੱਡੋ ਤੁਸੀਂ ਫੁੱਟਪਾਥ ਤੇ ਤੁਸੀਂ ਚੱਲ ਵੀ ਨਹੀਂ ਸਕਦੇ ਕਿਉਂਕਿ ਸਾਰਾ ਵੀਡ ਆ ਚੁੱਕਿਆ ਬੁਸ਼ਿਸ ਆ ਚੁੱਕੀਆਂ ਕੰਡੇ ਨੇ ਫੈਮਲੀਜ਼ ਐਲਡਰਲੀ ਪੀਪਲ ਉਹਨਾਂ ਕੋਲ ਕੋਈ ਜਗ੍ਹਾ ਹੀ ਨਹੀਂ ਹੈਗੀ ਉਹਨਾਂ ਨੂੰ ਕਾਉਂਸਲ ਵਾਲੇ ਕਹਿ ਰਹੇ ਤੁਸੀਂ ਦੂਜੀ ਸਟੇਟ ਦੀ ਪਾਰਕ 'ਚ ਚਲੇ ਜਾਓ ਕੋਈ ਮਜ਼ਾਕ ਥੋੜਾ ਭਾਜੀ ਅਸੀਂ ਆਸਟ੍ਰੇਲੀਆ 'ਚ ਰਹਿ ਰਹੇ ਹਾਂ ਵੀ ਆਰ ਨਾਟ ਲਿਵਿੰਗ ਇਨ ਅ ਥਰਡ ਵਰਲਡ ਕੰਟਰੀ ਔਰ ਐਨੀਵੇਅਰ ਐਲਸ ਇਹ ਤਾਂ ਬੇਸਿਕ ਫੈਸਿਲਿਟੀਜ਼ ਨੇ ਬਿਲਕੁਲ ਠੀਕ ਮੇਰਾ ਹਮੇਸ਼ਾ ਤੋਂ ਇਹ ਮੰਨਣਾ ਭਾਜੀ ਕਿ ਇਹ ਫੈਸਿਲਿਟੀਜ਼ ਲੋਕਾਂ ਦੇ ਵਸਣ ਤੋਂ ਪਹਿਲਾਂ ਆਉਣੀਆਂ ਚਾਹੀਦੀਆਂ ਨਾ ਕਿ ਬਾਅਦ 'ਚ ਤੇ ਇਹਦਾ ਪਹਿਲਾਂ ਮੈਂ ਕੁਐਸਚਨ ਭਾਜੀ ਕਾਉਂਸਲ 'ਚ ਚੱਕਿਆ ਸੀ ਟੂ ਆਸਕ ਦ ਕਾਉਂਸਲ ਕਿ ਆਹ ਪਾਰਕ ਕਿਉਂ ਨਹੀਂ ਆਈ ਇੰਨੇ ਸਾਲਾਂ ਤੋਂ ਤੇ ਉਹਨਾਂ ਦਾ ਜਵਾਬ ਸੀ ਕਿ ਹਾਂ ਜੀ ਡਿਵੈਲਪਰ ਨਾਲ ਸਾਡੀ ਗੱਲ ਹੋਈ ਹੈ ਥੋੜਾ ਫਾਈਨੈਂਸ਼ੀਅਲ ਉਹਨਾਂ ਨੂੰ ਪ੍ਰੋਬਲਮ ਚੱਲਦੀ ਹੈ ਤਾਂ ਕਰਕੇ ਨਹੀਂ ਆਈ ਫਿਰ ਉਸ ਤੋਂ ਬਾਅਦ ਮੇਅਰ ਜਿਹੜਾ ਕਿ ਟਾਰਨੇਟ ਤੋਂ ਹੀ ਕਾਉਂਸਲਰ ਹੈਗਾ ਤੇ ਹੀ ਇਜ਼ ਦ ਕਰੰਟ ਮੇਅਰ ਉਹ ਆ ਕੇ ਵਿਜ਼ਿਟ ਕਰਦਾ ਹੈ ਲੋਕੇਸ਼ਨ ਤੇ ਉਹ ਕਹਿੰਦਾ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਇੱਥੇ ਪਾਰਕ ਨਹੀਂ ਹੈਗੀ ਵਿਚ ਇਜ਼ ਵੈਰੀ ਸਰਪ੍ਰਾਈਜ਼ਿੰਗ ਤੇ ਫਿਰ ਮੈਂ ਭਾਜੀ ਇੱਕ ਡਰਾਫਟ ਪਟੀਸ਼ਨ ਬਣਾ ਕੇ ਸ਼ੇਅਰ ਕੀਤੀ ਰੈਜ਼ੀਡੈਂਟਸ ਦੇ ਪੇਜ ਤੇ ਕਿ we don't want to wait for another 3 years ਸਾਨੂੰ ਇਹ ਫੈਸਿਲਿਟੀਜ਼ ਹੋਣੀ ਚਾਹੀਦੀਆਂ ਅਸੀਂ ਟਾਈਮਲਾਈਨ ਪਾਈ ਕਿ ਅਗਸਤ ਤੋਂ ਪਹਿਲਾਂ ਤੁਸੀਂ ਕੰਮ ਸ਼ੁਰੂ ਕਰੋ ਸਾਨੂੰ ਅਗਲੀ ਅਪ੍ਰੈਲ ਤੱਕ ਪਾਰਕ ਨਹੀਂ ਚਾਹੀਦੀ ਸਾਨੂੰ ਦਸੰਬਰ ਤੱਕ ਚਾਹੀਦੀ ਹੈ ਪਾਰਕ ਤੇ ਕਾਫੀ ਸਾਰੀ ਚੀਜ਼ਾਂ ਸੀ ਜਿਹੜੀ ਭਾਜੀ ਮੇਅਰ ਨੇ 3 ਘੰਟੇ ਬਾਅਦ ਉਹਦੀ ਮੇਲ ਆ ਗਈ ਕਿ ਅਸੀਂ ਚੀਜ਼ਾਂ ਆਫਰ ਕਰ ਰਹੇ ਹਾਂ ਅਸੀਂ ਗੱਲ ਕਰ ਲਈ ਡਿਵੈਲਪਰ ਦੇ ਨਾਲ ਤੇ ਇਹ ਫਾਸਟ ਟਰੈਕ ਹੋਏਗੀ ਹੁਣ ਪ੍ਰੋਸੈਸ ਤੇ ਪਾਰਕ ਤੁਹਾਨੂੰ ਦਸੰਬਰ ਤੱਕ ਮਿਲ ਜਾਏਗੀ ਬਾਕੀ ਜਿਹੜੇ ਵੱਡੇ ਸਟਰਕਚਰਸ ਜਾਣੇ ਉਹ ਫਰਵਰੀ ਤੱਕ ਹੋ ਜਾਣਗੇ The majority of those items on our petition ਤੇ ਉਹਨਾਂ ਨੇ ਐਕਸੈਪਟ ਕਰ ਲਈ ਵਿਦ ਦਾ ਟਾਈਮਲਾਈਨ ਤੇ ਕੰਮ ਵੀ ਹੁਣ ਸ਼ੁਰੂ ਹੋ ਚੁੱਕਿਆ ਅਸੀਂ ਪਟੀਸ਼ਨ ਫਾਰਮਲੀ ਲਾਂਚ ਕੀਤੀ ਭਾਜੀ ਤੇ ਕਾਉਂਸਲ ਦਾ ਰਿਪਲਾਈ ਆਇਆ ਹੈ ਕਿ ਚਲੋ ਡਿਵੈਲਪਰ ਨੂੰ ਅਸੀਂ ਮੌਕਾ ਦੇ ਰਹੇ ਹਾਂ ਸਾਰਾ ਕੁਝ ਕਰਨ ਦਾ ਉਸ ਤੋਂ ਬਾਅਦ ਜੇ ਡਿਵੈਲਪਰ ਫੁਲਫਿਲ ਨਹੀਂ ਕਰਦਾ ਪ੍ਰੋਮਿਸਿਸ ਤੇ ਉਹਨਾਂ ਦਾ ਜਿਹੜਾ ਬੌਂਡ ਹੁੰਦਾ ਡਿਵੈਲਪਰ ਨੇ ਦਿੱਤਾ ਹੁੰਦਾ ਉਹ ਵਾਪਸ ਲੈ ਲਿਆ ਜਾਏਗਾ ਤੇ ਕਾਉਂਸਲ ਫਿਰ ਆਪ ਹੀ ਡਿਲੀਵਰ ਕਰੇਗਾ ਪਾਰਕਸ ਜਿਹੜੀਆਂ ਹੈਗੀਆਂ ਉਸ 'ਚ ਥੋੜਾ ਇਹ ਸਕਦਾ ਭਾਜੀ ਕਿ ਟਾਈਮ ਫਰੇਮ ਥੋੜਾ ਹੋਰ ਸਟ੍ਰੈਚ ਹੋ ਜਾਏ ਕਿਉਂਕਿ ਕਾਉਂਸਲ ਜਦੋਂ ਆਪ ਡਿਲੀਵਰ ਕਰਦਾ ਪ੍ਰੋਜੈਕਟ ਤੇ ਉਹਨਾਂ ਨੂੰ ਕੰਸਲਟੇਸ਼ਨ ਕਰਨੀ ਪੈਂਦੀ ਹੈ ਡਿਜ਼ਾਈਨ ਬਣਾਉਣੇ ਪੈਣਗੇ ਸਾਰਾ ਕੁਝ ਕਰਨਾ ਪਏਗਾ ਨਵੇਂ ਸਿਰੋਂ ਤੇ ਕੋਸ਼ਿਸ਼ ਇਹੀ ਹੈ ਭਾਜੀ ਕਿ ਡਿਵੈਲਪਰ ਜ਼ਿਆਦਾ ਤੋਂ ਜ਼ਿਆਦਾ ਜਲਦੀ ਇਹ ਪਾਰਕ ਜਿਹੜੀਆਂ ਹੈਗੀਆਂ ਇਹ ਡਿਲੀਵਰ ਕਰੇ ਪਾਰਕ ਤੋਂ ਇਲਾਵਾ ਹੋਰ ਵੀ ਭਾਜੀ ਕਈ ਮੁੱਦੇ ਸੀ ਉਹ ਵੀ ਅਸੀਂ ਚੱਕੇ ਆ ਐਕਸੈਸ ਦਾ ਮੁੱਦਾ ਸੀ ਮੈਂ ਉਹੀ ਤੁਹਾਡੇ ਤੇ ਆ ਰਿਹਾ ਕਿ ਇਹ ਤੇ ਹੋ ਗਿਆ ਤੁਹਾਡੇ ਪਟੀਸ਼ਨ ਦੇ ਵਿੱਚ ਹੁਣ ਤੁਸੀਂ ਜਦੋਂ ਇਹ ਕੌਂਸਲ ਦੀ ਇਲੈਕਸ਼ਨ ਲਈ ਆ ਰਹੇ ਜੇ ਤੇ ਕਿਹੜੇ ਮੁੱਦੇ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਲੋਕਾਂ ਦੇ ਅੱਗੇ ਲੈ ਕੇ ਜਾ ਰਹੇ ਹੋ ਭਾਜੀ ਕਾਉਂਸਲ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਾਉਂਸਲ ਦਾ ਰੋਲ ਕੀ ਹੈ ਹਾਂ ਐਗਜ਼ੈਕਟਲੀ ਜ਼ਿਆਦਾ ਜ਼ਰੂਰੀ ਚੀਜ਼ ਹੈ ਲੋਕਲ ਗਵਰਨਮੈਂਟ ਕਰਦੀ ਕੀ ਹੈ ਬਹੁਤ ਸਾਰੇ ਲੋਕ ਸੋਚਦੇ ਹੈ ਕਿ ਰੇਟਸ ਰਬਿਸ਼ ਤੇ ਰੋਡ ਹੀ ਹੈ ਬਸ ਆ 3 ਚੀਜ਼ਾਂ ਤੇ ਆ ਕੇ ਖੜ ਜਾਂਦੀ ਹੈ ਪਰ ਜਿਹੜੀ ਆਪਣੀ ਵਿੰਡਮ ਕਾਉਂਸਲ ਹੈ 160 ਪਲੱਸ ਸਰਵਿਸਿਜ਼ ਇਹ ਆਫਰ ਕਰਦੇ ਨੇ और उससे कई सारी सर्विसेज है भाई यूथ सर्विसेज है कल्चरल प्रोग्राम्स हैगे हैं इंफ्रास्ट्रक्चर प्रोजेक्ट्स हैगे प्लानिंग अप्रूवल्स है काफी सारी ये चीजें इफ आई गेट एन अपॉर्चुनिटी भाजी सब तो पहली चीज मैं यही करूंगा आई कम फ्रॉम अकाउंटिंग बैकग्राउंड मास्टर्स इन अकाउंटिंग सब तो पहली चीज यही करनी भाजी ऑडिट करना वो सर्विसेज दा टू चेक कि वो सर्विसेज ਜਿਹੜੀਆਂ ਡਿਲੀਵਰ ਕਰ ਰਿਹਾ ਕਾਉਂਸਲ ਕਮਿਊਨਿਟੀ ਨੂੰ ਕੋਈ ਬੈਨੀਫਿਟ ਮਿਲ ਵੀ ਰਿਹਾ ਉਸ ਚੀਜ਼ ਦਾ ਕਿ ਨਹੀਂ ਜੇ ਬੈਨੀਫਿਟ ਨਹੀਂ ਮਿਲ ਰਿਹਾ ਉਹ ਸਰਵਿਸਿਜ਼ ਰੀਵੈਂਪ ਕਰਨ ਦੀ ਲੋੜ ਹੈ ਤਾਂ ਕਿ ਬੈਨੀਫਿਟ ਮਿਲ ਸਕੇ ਔਰ ਉਸ 'ਚ ਕਈ ਸਾਰੀਆਂ ਭਾਜੀ ਸਰਵਿਸਿਜ਼ ਹੋਣਗੀਆਂ ਜਿਹਦਾ ਬੈਨੀਫਿਟ ਬਿਲਕੁਲ ਵੀ ਨਹੀਂ ਮਿਲ ਰਿਹਾ ਕਮਿਊਨਿਟੀ ਨੂੰ ਨਾ ਹੀ ਕਿਸੇ ਨੇ ਆਡਿਟ ਕੀਤਾ ਉਹ ਸਰਵਿਸਿਜ਼ ਅਸੀਂ ਕੱਟ ਕੇ ਭਾਜੀ ਹੁਣ ਜਿਸ ਤਰ੍ਹਾਂ ਕੋਵਿਡ ਚੱਲ ਰਿਹਾ ਬੜੇ ਸਾਰੇ ਬਿਜ਼ਨਸ ਬੰਦ ਹੋ ਰਹੇ ਨੇ ਕਾਫੀ ਸਾਰੇ ਲੋਕ ਘਰ ਬੈਠੇ ਨੇ ਜੌਬ ਨਹੀਂ ਹੈਗੀ ਉਹ ਲੋਕਾਂ ਨੂੰ ਅਸੀਂ ਅਸਿਸਟੈਂਸ ਪਹੁੰਚਾ ਸਕਦੇ ਹਾਂ ਕਿਸ ਤਰ੍ਹਾਂ ਦੀ ਉਹ ਅਸਿਸਟੈਂਸ ਹੋਏਗੀ ਜਿਹੜੀ ਤੁਸੀਂ ਪਹੁੰਚਾ ਸਕਦੇ ਹੋ ਭਾਜੀ ਇਹਦੇ ਲਈ ਪ੍ਰੋਪਰ ਮੈਥ ਚਾਹੀਦਾ ਇਹ ਹੁਣ ਮੈਂ ਜਾ ਕੇ ਕਹਿਦਾ ਕਿ ਯਾਰ ਮੈਂ $500 ਤੁਹਾਨੂੰ ਡਿਸਕਾਊਂਟ ਦੇ ਦੂੰਗਾ ਤੇ ਪਰ ਉਹ $500 ਇੱਕ ਹਾਊਸ ਹੋਲਡ ਦਾ ਤੇ ਯੂ ਮਲਟੀਪਲਾਈ ਦੈਟ ਵਿਦ ਥਾਊਜ਼ੈਂਡਸ ਆਫ ਹਾਊਸ ਹੋਲਡ ਤੇ ਮਿਲੀਅਨਸ ਆਫ ਡਾਲਰਸ ਉਹ ਆਣੇ ਕਿੱਥੋਂ ਹਨਾ ਭਾਜੀ
end of the day you don't want ਕਿ you cut down on essential services ਤੇ और rate relief ਦੇਣਾ। ਹੁਣ ਲੋਕੀ ਕਹਿੰਦੇ ਕਿ ਯਾਰ ਮੈਲਟਨ ਕਾਉਂਸਲ ਨੇ ਰਿਲੀਫ ਦਿੱਤਾ, ਮੈਲਬਨ ਨੇ ਦਿੱਤਾ, ਮੋਨੈਸ਼ ਨੇ ਦਿੱਤਾ, ਸਭ ਡਿਫਰੈਂਟ ਕਾਉਂਸਲਸ ਨੇ ਭਾਜੀ, ਥੋੜੀ ਉਹਨਾਂ ਦੀ ਸਰਵਿਸਿਜ਼ ਵੀ ਡਿਫਰੈਂਟ ਨੇ। ਵਿੰਡਮ ਕਾਉਂਸਲ ਜਿਹੜਾ ਹੈਗਾ ਉਹਦੀ ਸਰਵਿਸਿਜ਼ ਜਿਹੜੀ ਉਹ ਪ੍ਰਬੰਧ ਆ ਉਹ ਵੀ ਡਿਫਰੈਂਟ ਨੇ। ਸੋ ਵੀ ਕੈਨ ਨਾਟ ਕੰਪੇਅਰ ਕਿ ਇੱਕ ਬੰਦੇ ਨੇ ਉਹ ਕੀਤਾ ਤੇ ਅਸੀਂ ਮਤਲਬ ਇੱਕ ਕਾਉਂਸਲ ਨੇ ਉਹ ਕੀਤਾ ਤੇ ਅਸੀਂ ਵੀ ਸੇਮ ਕਰ ਦਈਏ। ਇਹਦਾ ਪ੍ਰੋਪਰ ਐਨਾਲਿਸਿਸ ਹੋਣਾ ਚਾਹੀਦਾ ਕਿ ਕਿੰਨਾ ਅਸੀਂ ਪੈਸਾ ਬਚਾ ਸਕੇ। ਉਸ ਤੋਂ ਬਾਅਦ ਭਾਜੀ obviously ਜੇ ਪੈਸਾ ਬਚੇਗਾ, any additional money rather than spending on projects that are not necessary, ਇਹ ਪੈਸਾ ਫਿਰ ਉਹ ਲੋਕਾਂ ਨੂੰ ਜਾਣਾ ਚਾਹੀਦਾ ਕਿ ਜਿਹੜੇ ਸਟਰਗਲ ਕਰ ਰਹੇ ਰੇਟਸ ਦੇਣ ਨੂੰ, be it cuts or be it waiver or be it a grant to business, but it depends upon how much money we can get। ਤੇ ਇਸੇ ਹੀ ਪੁਆਇੰਟ ਦੇ ਉੱਤੇ ਜਿਹੜੀਆਂ ਚੀਜ਼ਾਂ ਤੁਸੀਂ ਕਹਿ ਰਹੇ ਹੋ, ਅਗਰ ਲੈਟਸ ਸਪੋਜ਼ ਕਿ ਤੁਹਾਨੂੰ ਇਹ ਓਪਰਚੁਨਿਟੀ ਮਿਲ ਜਾਂਦੀ ਹੈ, ਤੁਸੀਂ ਕਿੰਨਾ ਟਾਈਮ ਫਰੇਮ ਲੈਂਦੇ ਹੋ ਕਿ ਇਹ ਸਾਰਾ ਕੁਝ ਕਰਨ ਲਈ? ਜਿਹੜੇ ਕੁਝ ਵਾਕਈ ਜਿਹੜੇ ਲੋਕ ਹੈਗੇ ਨੇ, ਨੀਡੀ ਹੈਗੇ ਨੇ, ਉਹਨਾਂ ਨੂੰ ਕੋਈ ਮਿਲਣੀ ਚਾਹੀਦੀ ਹੈ ਰਿਲੈਕਸੇਸ਼ਨ, ਤੇ ਕਿੰਨਾ ਟਾਈਮ ਫਰੇਮ ਤੁਸੀਂ ਲੈ ਕੇ ਚੱਲਦੇ ਹੋ? ਭਾਈ ਦੇਖੋ, ਹੁਣ ਜੇ ਮੈਂ ਕਹਾਂ ਕਿ 2 ਸਾਲ ਲਊਂਗਾ, ਇਟਸ ਗੋਣਾ ਬੀ ਅਨਰੀਜ਼ਨੇਬਲ, ਹੈ ਨਾ ਭਾਜੀ। ਇਟਸ ਨੀਡਸ ਟੂ ਬੀ ਐਸ ਸੂਨ ਐਸ ਪੋਸੀਬਲ। ਇਹ ਮੇਰਾ ਫਰਸਟ ਕਪਲ ਆਫ ਮੰਥਸ 'ਚ ਭਾਜੀ ਇਹ ਹੋਏਗਾ ਕਿ I do a full audit and the analysis and come up with the report to the public। ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਜੇ, ਸੌਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਕਿਉਂਕਿ ਬਾਅਦ ਚੋਂ ਫਿਰ ਗੱਲ ਪਿੱਛੇ ਪਈ ਜਾਏਗੀ। ਜਿਸ ਤਰੀਕੇ ਤੁਸੀਂ ਕਹਿ ਰਹੇ ਜੇ ਕਿ ਆਡਿਟ ਫਸਟ ਮੰਥ ਦੇ ਵਿੱਚ, ਕਿ ਪਹਿਲੇ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਸਿਲੈਕਟ ਹੋ ਜਾਂਦੇ ਜੇ, ਕਾਉਂਸਲਰ ਬਣ ਜਾਂਦੇ ਜੇ, ਕਿ ਤੁਹਾਡੇ ਇਖਤਿਆਰ ਦੇ ਵਿੱਚ ਇਹ ਆਏਗਾ ਕਿ ਤੁਸੀਂ ਆਡਿਟ ਕਰਵਾ ਦੋਗੇ ਫਸਟ ਮੰਥ ਦੇ ਵਿੱਚ ਹੀ? ਭਾਜੀ ਦੇਖੋ, ਜਿਹੜੀ ਕਾਉਂਸਲਰ ਜਿਹੜਾ ਕਾਉਂਸਲਰਸ ਚੁਣ ਕੇ ਆਣਗੇ, 11 ਕਾਉਂਸਲਰਸ ਹੈ ਨਾ ਭਾਜੀ, ਤੇ ਸਾਰਿਆਂ ਦੀ ਸਹਿ ਸੰਮਤੀ ਨਾਲ and anything that is for the benefit of the community, I don't think so ਕਿ ਉਹ ਲੋਕੀ ਨਾ ਕਰਨਗੇ। ਤੇ ਇਸ 'ਚ ਕੋਈ ਲੁਕਾਅ ਵਾਲੀ ਗੱਲ ਨਹੀਂ ਭਾਜੀ। ਜੇ ਅਸੀਂ ਪੈਸਾ ਨਹੀਂ, ਮਤਲਬ ਕਹਿਣ ਤੋਂ ਉਹੀ ਹੋ ਗਿਆ ਨਾ ਕਿ ਆਪਾਂ ਪਲਾਨ ਦੇ ਤੌਰ ਤੇ ਚੱਲਦੇ ਹਾਂ, ਕਿਉਂਕਿ ਅਸੀਂ ਚਾਹੁੰਦੇ ਪਏ ਹਾਂ ਕਿ ਆਪਾਂ ਬਿਲਕੁਲ ਕਲੀਅਰ ਕੱਟ ਲੋਕਾਂ ਨੂੰ ਉਹ ਚੀਜ਼ ਦਿਖਾਈਏ ਕਿ ਜਿਹੜੀ ਚੀਜ਼ ਸਾਡੇ ਇਖਤਿਆਰ ਦੇ ਵਿੱਚ ਹੈਗੀ ਹੈ, ਜਿਹੜੀ ਚੀਜ਼ ਆਪਾਂ ਕਰ ਪਾਵਾਂਗੇ। ਕਿਉਂਕਿ ਕਈ ਵਾਰੀ ਕੀ ਹੋ ਜਾਂਦਾ ਹੈ ਵੀ ਮੈਂ ਕਲੀਅਰਲੀ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗਾ, ਤੇ ਜਿਨ੍ਹਾਂ ਦੇ ਮੈਨੂੰ ਕੁਝ ਮੈਸੇਜਿਸ ਵੀ ਆਏ ਨੇ, ਈਵਨ ਕਿ ਕਾਲ ਵੀ ਕੀਤੀਆਂ, ਕੁਝ ਕਾਉਂਸਲਰ ਜਿਹੜੇ ਹੈਗੇ ਹਜੇ ਕਾਉਂਸਲਰ ਬਣੇ ਨਹੀਂ, ਤੇ ਪਿਛਲੀ ਵਾਰੀ ਵੀ ਵੇਖਣ 'ਚ ਇਹ ਆਇਆ ਸੀ ਕਿ ਉਹ ਖਲੋਂਦੇ ਨੇ ਮਗਰ ਵਾਅਦੇ ਜਿਹੜੇ ਉਹ ਇਹੋ ਜਿਹੇ ਕਰਦੇ ਨੇ ਜਿਹੜੇ ਉਹਨਾਂ ਦੇ ਇਖਤਿਆਰ 'ਚ ਹੀ ਨਹੀਂ ਆਉਂਦੇ। ਪੇਰੈਂਟਸ ਵੀਜ਼ਾ ਹੋ ਗਿਆ ਜਾਂ ਹੋਰ ਇਹੋ ਜਿਹੇ ਮੁੱਦੇ ਉਹ ਨਾਲ ਲੈ ਕੇ ਚੱਲਦੇ ਨੇ, ਜਿਹੜੇ ਕਿ ਉਹ ਬਹਿੰਦੇ ਵੀ ਨਹੀਂ ਉਸ ਦਾਇਰੇ ਦੇ ਵਿੱਚ, ਲਾਗੇ ਚਾਗੇ ਵੀ ਨਹੀਂ ਆਉਂਦੇ, ਮਗਰ ਕਿਹੋ ਜਿਹੇ ਮੁੱਦੇ ਕਿੱਦਾਂ ਲੈ ਕੇ ਆਉਂਦੇ। ਮੇਰਾ ਸਿਰਫ ਇਹ ਹੈਗਾ ਵੀ ਆਪਾਂ ਲੋਕਾਂ ਨੂੰ, ਹੁਣ ਜਿਸ ਤਰੀਕੇ ਨਾਲ ਅੱਜ ਅਸੀਂ ਇੰਟਰਵਿਊ ਕਰ ਰਹੇ ਹਾਂ, ਲੋਕਾਂ ਦੇ ਤੁਸੀਂ ਰੂਬਰੂ ਹੈਗੇ ਹੋ, ਤੇ ਲੋਕਾਂ ਨੂੰ ਆਪਾਂ ਨੂੰ ਉਹ ਚੀਜ਼ ਦਿਖਾ ਦਈਏ ਵੀ ਇਹ ਚੀਜ਼ ਅਸੀਂ ਪੋਸੀਬਲ ਕਰ ਸਕਦੇ ਹਾਂ। ਤੇ ਤੁਸੀਂ ਬਹੁਤ ਸੋਹਣੇ ਮੁੱਦੇ ਚੁੱਕਦੇ ਪਏ ਹੋ। ਬਸ ਮੈਂ ਇਹ ਕਹਿ ਰਿਹਾ ਕਿ ਇਹਨਾਂ ਦਾ ਟਾਈਮ ਫਰੇਮ ਕੀ ਹੋਣਾ ਚਾਹੀਦਾ, ਤੇ ਕੀ ਇਹ ਸਾਡੇ ਇਖਤਿਆਰ ਦੇ ਵਿੱਚ ਹੈਗੇ ਨੇ, ਤਾਂ ਜੋ ਲੋਕਾਂ ਨੂੰ ਇੱਕ ਯਕੀਨ ਦੇਵੇ ਵੀ ਜਿਹੜੇ ਇੰਟਰਵਿਊ ਦੇ ਰਹੇ ਨੇ ਤੇ ਜਾਂ ਜਿਹੜੇ ਲੈ ਰਹੇ ਨੇ, ਇਹ ਲੋਕਾਂ ਦੀ ਹੀ ਆਵਾਜ਼ ਬਣ ਕੇ ਤੇ ਲੋਕਾਂ ਦੇ ਸਾਹਮਣੇ ਰੱਖ ਰਹੇ ਨੇ। ਭਾਜੀ ਇਹ ਇਨਫੋਰਮੇਸ਼ਨ ਤੁਸੀਂ ਵੀ ਪਤਾ ਕਰ ਸਕਦੇ ਹੋ। ਜੇ ਤੁਸੀਂ ਕਾਉਂਸਲ ਨੂੰ ਈਮੇਲ ਕਰੋ ਤੇ ਉਹਨਾਂ ਨੂੰ ਪੁੱਛੋ ਕਿ ਕਿਹੜੀ ਸਰਵਿਸਿਜ਼ ਤੁਸੀਂ ਪ੍ਰੋਵਾਈਡ ਕੀਤੀਆਂ, ਕਿੱਥੇ ਕੀਤੀਆਂ, ਤੇ ਕਿੰਨਾ ਪੈਸਾ ਖਰਚਿਆ। ਇਹ ਇਨਫੋਰਮੇਸ਼ਨ ਪਬਲਿਕਲੀ ਅਵੇਲੇਬਲ ਹੈ, ਤੁਸੀਂ ਵੀ ਲੈ ਸਕਦੇ ਹੋ। ਕਿ ਜ਼ਰੂਰੀ ਨਹੀਂ ਕਿ ਤੁਸੀਂ ਕਾਉਂਸਲਰ ਬਣ ਕੇ ਆਣਾ। Obviously ਭਾਜੀ ਤੁਸੀਂ as a candidate you cannot promise, so as soon as you promise something to deliver something you lose the right to vote। promise ਕੋਈ ਹੋ ਗਿਆ, ਜੇ ਮੈਂ ਤੁਹਾਨੂੰ ਕਹਾਂ ਕਿ ਮੈਂ ਯਾਰ ਇੱਥੇ ਪਾਰਕ ਬਣਵਾ ਦੂੰਗਾ, ਕੱਲ ਨੂੰ ਮੈਂ ਇੱਥੇ ਕ੍ਰਿਕਟ ਪਿਚ ਬਣਵਾ ਦੂੰਗਾ, ਫਿਰ ਜਦੋਂ ਉਹ ਜਿਹੜਾ ਮੋਸ਼ਨ ਕਾਉਂਸਲ 'ਚ ਜਾਏਗਾ ਤੁਸੀਂ ਉਸ ਮੋਸ਼ਨ ਤੇ ਆਪ ਵੋਟ ਨਹੀਂ ਕਰ ਸਕਦੇ, ਉਹ ਤੁਹਾਡਾ ਵੋਟ ਰਾਈਟ ਜਿਹੜਾ ਖਤਮ ਹੋ ਜਾਏਗਾ। ਤੇ ਸਿੰਪਲ ਆਡਿਟ ਭਾਜੀ, ਹੁਣ ਤੁਸੀਂ ਟਾਈਮ ਫਰੇਮ ਦੀ ਗੱਲ ਕੀਤੀ, I don't know ਕਿ ਅੰਦਰ ਕਿਸ ਤਰ੍ਹਾਂ ਦੇ ਰਿਸੋਰਸਿਸ ਨੇ, ਹੈ ਨਾ, ਕਿਉਂਕਿ ਇਹਨਾਂ ਦੀ CEO ਵੀ ਹੈਗੀ ਹੈ ਕਾਉਂਸਲ 'ਚ, ਉਹਨਾਂ ਦੀ ਪੂਰੀ ਟੀਮ ਹੈ, ਉਹ ਕਿੰਨਾ ਟਾਈਮ ਲੈਂਦੇ ਆ, CFO ਵੀ ਹੈਗਾ। I don't think it's a unreasonable request to make to audit those services। ਤੇ analysis ਜਿਹੜਾ ਹੋਣਾ ਚਾਹੀਦਾ, it's for the community benefit। I don't see a reason ਕਿ ਉਹ ਚੀਜ਼ ਅਸੀਂ ਜ਼ਿਆਦਾ delay ਕਰ ਸਕਾਂਗੇ। This has to happen as soon as possible, ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਪੈਸਾ ਬਚਾਉਣ ਦੀ ਤੇ ਪੈਸਾ ਸਪੈਂਡ ਕਰਨ ਦੀ, ਜਿੱਥੇ ਪੈਸਾ ਜਾਣਾ ਚਾਹੀਦਾ ਹੈ। ਇਸ ਸਿਚੁਏਸ਼ਨ 'ਚ, ਕੋਵਿਡ ਦੀ ਸਿਚੁਏਸ਼ਨ 'ਚ, ਜਿੱਥੇ ਕਿ ਬਿਜ਼ਨੈਸਿਸ ਬੰਦ ਹੋ ਚੁੱਕੇ ਨੇ ਕਾਫੀ ਸਾਰੇ। ਤੇ ਹੁਣ ਮੈਂ ਆਵਾਂ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ, ਮੈਂ ਖਾਸ ਕਰਕੇ ਸਕੂਲ ਪਾਰਕਿੰਗ ਨੂੰ ਲੈ ਕੇ। ਸਕੂਲ ਪਾਰਕਿੰਗ ਮੈਂ ਉਹ ਕਹਿ ਰਿਹਾ ਵੀ ਜਦੋਂ ਸਵੇਰੇ ਪੇਰੈਂਟਸ ਛੱਡਣ ਜਾਂਦੇ ਨੇ, ਉਸ ਟਾਈਮ ਦੇ ਉੱਤੇ ਬਹੁਤ ਸਾਰੇ ਵੱਖੋ ਵੱਖਰੀਆਂ ਕਾਉਂਸਲਸ ਨੂੰ ਹੀ, ਤੇ ਜੇਕਰ ਮੈਂ ਤੁਹਾਡੀ ਵਿੰਡਮ ਦੀ ਗੱਲ ਨਾ ਕਰਾਂ, ਕਿਸੇ ਦੂਸਰੀ ਕਾਉਂਸਲ ਦੀ ਗੱਲ ਕਰਾਂ, ਹੁੰਦਾ ਕੀ ਹੈ ਕਿ ਮਾਂ ਪਿਓ ਆਪਣੇ ਬੱਚੇ ਨੂੰ ਛੱਡਣ ਜਾਂਦੇ ਨੇ, 1 ਮਿੰਟ ਲਈ ਪਾਰ ਕਰਦੇ ਨੇ,
ਕਈ ਵਾਰੀ ਉਹ 1 ਮਿੰਟ ਦੇ ਵਿੱਚ ਵੀ ਫੜੇ ਜਾਂਦੇ ਨੇ ਤੇ ਉਹਨਾਂ ਨੂੰ ਫਾਈਨ ਆ ਜਾਂਦੇ ਨੇ। ਹੁਣ ਤੁਸੀਂ ਉਹ ਜਿਹੜੇ ਫਾਈਨ ਹੈਗੇ ਨੇ ਉਹਦੇ ਨਾਲ ਐਗਰੀ ਕਰਦੇ ਜੇ ਕਿ ਉਹ ਫਾਈਨ ਆ ਜਾਣੇ ਚਾਹੀਦੇ ਨੇ ਜਿਹੜਾ ਵੀ 1 ਮਿੰਟ ਲਈ ਵੀ ਛੱਡਣ ਆਇਆ? ਇਹੋ ਜਿਹੀਆਂ ਜਿਹੜੀਆਂ ਮੁਸ਼ਕਿਲਸ ਹੈਗੀਆਂ ਪੇਰੈਂਟਸ ਨੂੰ ਸਕੂਲ ਛੱਡਣ ਵੇਲੇ ਪਾਰਕਿੰਗ ਨੂੰ ਲੈ ਕੇ ਸਕੂਲ ਦੇ ਅਰਾਊਂਡ, ਉਹ ਕਿਸ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ ਜਾਂ ਕਿਸ ਤਰੀਕੇ ਨਾਲ ਕਰ ਪਾਓਗੇ? ਭਾਈ ਤੁਸੀਂ ਬੜਾ ਵਧੀਆ ਮੁੱਦਾ ਚੱਕਿਆ ਐਂਡ ਦਿਸ ਇਜ਼ ਵੈਰੀ ਸਮਥਿੰਗ ਵੈਰੀ ਕਲੋਜ਼ ਟੂ ਮਾਈ ਹਾਰਟ। ਇਹ ਮੈਂ ਆਪ ਐਕਸਪੀਰੀਅੰਸ ਕੀਤਾ ਕਿ there is a wider problem। ਪਹਿਲੀ ਪ੍ਰੋਬਲਮ ਇਹ ਜਦੋਂ ਸਟੇਟ ਗਵਰਨਮੈਂਟ ਨੇ ਸਕੂਲਸ ਬਣਾਏ ਰੈਜ਼ੀਡੈਂਸ਼ੀਅਲ ਜ਼ੋਨਸ ਦੇ ਵਿੱਚ ਬਣਾਏ ਸਕੂਲ ਹਨਾ, ਉਹਦੇ ਤੁਸੀਂ ਲਾਗੇ ਚਾਗੇ ਦੇਖੋਗੇ ਕਾਫੀ ਸਾਰੇ ਸਕੂਲਾਂ ਦੇ ਲਾਗੇ ਚਾਗੇ ਘਰ ਨੇ ਤੇ ਪਾਰਕਿੰਗ ਦੀ ਬਹੁਤ ਜ਼ਿਆਦਾ ਦਿੱਕਤ ਹੈ। ਲੋਕਾਂ ਦੀ ਨੇਚਰ ਸਿਰਫ ਤੇ ਗੱਡੀਆਂ ਖੜਾਉਂਦੇ ਆ, ਗਲੀਆਂ ਬਲੌਕ ਹੋ ਜਾਂਦੀਆਂ, ਕਦੀ ਡਰਾਈਵੇ ਦੇ ਅੱਗੇ ਗੱਡੀ ਖੜਾਤੀ ਤੇ ਕਾਉਂਸਲ ਆ ਕੇ ਫਾਈਨ ਕਰਦਾ। ਮੈਂ ਇਹ ਨਹੀਂ ਕਹੂੰਗਾ ਕਿ ਕਾਉਂਸਲ ਗਲਤ ਕਰ ਰਿਹਾ, ਕਾਉਂਸਲ ਆਪਣੇ ਜਿਹੜਾ ਇੰਪਲੋਈ ਹੈਗਾ ਕਾਉਂਸਲ ਦਾ ਇੰਸਪੈਕਟਰ, ਉਹਨੂੰ ਜੌਬ ਦਿੱਤੀ ਹੋਈ, ਉਹਦੀ ਜੌਬ ਹੀ ਹੈ ਕਿ ਉਹਨੇ ਇਨਫ੍ਰਿੰਜਮੈਂਟ ਇਸ਼ੂ ਕਰਨੀ ਹੈ। ਜੇ ਕੋਈ ਇਲੀਗਲ ਪਾਰਕ ਕੀਤਾ ਕਿਸੇ ਨੇ ਜਾਂ ਨੇਚਰ ਸਟ੍ਰਿਪ ਤੇ ਪਾਰਕ ਕੀਤਾ ਤਾਂ ਆਈ ਵੋਂਟ ਬਲੇਮ ਦ ਕਾਉਂਸਲ। ਦਿਸ ਇਜ਼ ਅ ਬਿਗਰ ਪ੍ਰੋਬਲਮ ਵਿਚ ਨੀਡਸ ਟੂ ਬੀ ਫਿਕਸਡ। ਇਹ ਫਿਕਸ ਕਿਸ ਤਰ੍ਹਾਂ ਹੋ ਸਕਦੀ ਹੈ ਭਾਜੀ? ਹਰ ਸਕੂਲ 'ਚ ਇੱਕ ਸਕੂਲ ਕਾਉਂਸਲ ਹੁੰਦਾ ਹੈ ਨਾ ਭਾਜੀ, ਤੇ ਉਹਨਾਂ ਦੇ ਨਾਲ ਸਹਿ ਸੰਮਤੀ ਨਾਲ ਤੇ ਕਾਉਂਸਲ ਦੇ ਨਾਲ ਗੱਲ ਕਰਕੇ ਪ੍ਰੋਪਰ ਟ੍ਰੈਫਿਕ ਮੈਨੇਜਮੈਂਟ ਕਿਸ ਤਰ੍ਹਾਂ ਹੈਂਡਲ ਹੋ ਸਕਦੀ ਹੈ ਸਕੂਲਸ ਦੇ ਅਰਾਊਂਡ। ਸਮ ਆਫ ਦ ਥਿੰਗਸ ਭਾਜੀ, ਮੇਰੀ ਬੇਟੀ ਖੁਦ ਟਰਗਨੀਨਾ P9 ਸਕੂਲ 'ਚ ਜਾਂਦੀ ਤੇ ਮੇਰੀ ਵਾਈਫ ਦਾ ਵੀ ਇੱਕ ਵਾਰੀ ਚਲਾਨ ਇਸ ਤਰ੍ਹਾਂ ਹੋ ਕੇ ਆਇਆ। ਅੱਛਾ, ਤੁਸੀਂ ਖੁਦ ਐਕਸਪੀਰੀਅੰਸ ਕਰ ਚੁੱਕੇ ਹੋ? ਅਸੀਂ ਆਪ ਐਕਸਪੀਰੀਅੰਸ ਕੀਤਾ ਹੈ ਕਿਉਂਕਿ ਉਸ ਸੜਕ ਤੇ ਮਤਲਬ ਕਿ 3-3 4-4 ਗੱਡੀਆਂ ਇੱਕ ਦੇ ਨਾਲ ਇੱਕ ਗੱਡੀ ਜੁੜੀ ਹੋਈ ਹੈ, ਮਤਲਬ ਕਿ ਬਹੁਤ ਜ਼ਿਆਦਾ ਬੁਰਾ ਹਾਲ ਹੈ, ਇੰਨਾ ਜ਼ਿਆਦਾ ਓਵਰਕਰਾਊਡਡ ਸਕੂਲ ਹੈ। ਤੇ ਉਹਨੇ ਗੱਡੀ ਰੋਕ ਕੇ ਉਹਨੂੰ ਉਤਾਰਤਾ ਤੇ ਉਹਦਾ ਚਲਾਨ ਕੱਟ ਗਿਆ ਵਿਚ ਵਾਸ ਰੋਂਗ। ਤੇ ਮੈਂ ਆਪਣੀ ਵਾਈਫ ਨੂੰ ਬੋਲਿਆ ਕਿ ਚਲੋ ਜੇ ਸਕੂਲ 'ਚ 10-15 ਮਿੰਟ ਜੇ ਲੇਟ ਵੀ ਹੋ ਜਾਂਦੀ, ਯੂ ਸ਼ੁਡ ਹੈਵ ਪਾਰਕਡ ਇਨ ਅ ਪ੍ਰੋਪਰ ਵੇ, ਹਨਾ। ਤੇ ਚਲੋ ਅਸੀਂ ਭੁਗਤਿਆ ਚਲਾਨ। ਉਸ ਤੋਂ ਬਾਅਦ ਭਾਜੀ ਮੈਂ ਕਾਉਂਸਲ ਨੂੰ ਕੰਟੈਕਟ ਕੀਤਾ ਸੀ ਕਿ ਜਿਹੜੀ ਤੁਹਾਡੀ ਪਾਰਕਿੰਗ ਹੈਗੀ ਹੈ, ਹੁਣ ਇੱਥੇ ਲੋਕੀ ਗੱਡੀ ਲਗਾ ਦਿੰਦੇ ਤਾਂ ਇਟਸ ਆਲ ਡੇ ਪਾਰਕਿੰਗ, ਉਹਦੇ ਬਜਾਏ ਉਹਨੂੰ ਜੇ 1 ਮਿੰਟ ਪਿਕਅਪ ਡ੍ਰੌਪ ਕੀਤਾ ਜਾਵੇ ਤੇ ਉੱਥੇ ਪ੍ਰੋਪਰ ਕੋਆਰਡੀਨੇਟਰਸ ਖੜੇ ਹੋਣ, ਸੁਪਰਵਾਈਜ਼ਰ ਖੜੇ ਹੋਣ ਜੋ ਬੱਚਿਆਂ ਦੀ ਦੇਖਭਾਲ ਕਰਨ, ਤੇ ਇਟਸ ਗੋਇੰ ਟੂ ਬੀ ਵੈਰੀ ਬੈਨੀਫੀਸ਼ੀਅਲ। ਤੇ ਜਿਸ ਤਰ੍ਹਾਂ ਲੋਕੀ ਆ ਰਹੇ ਨੇ ਡ੍ਰੌਪ ਕੀਤਾ ਤੇ ਨਿਕਲ ਗਏ, ਆ ਰਹੇ ਨੇ ਪਿਕ ਕੀਤਾ ਤੇ ਨਿਕਲ ਗਏ, ਹਨਾ ਭਾਜੀ। ਤੇ ਇਹਦੇ ਨਾਲ ਕੀ ਹੋਏਗਾ, ਜਿਹੜੇ ਰੈਜ਼ੀਡੈਂਟਸ ਨੇ ਆਸੇ ਪਾਸੇ ਰਹਿੰਦੇ ਆ ਸਕੂਲ ਤੇ, ਉਹਨਾਂ ਦੀ ਨੇਚਰ ਸਿਰਫ ਨਹੀਂ ਖਰਾਬ ਹੋਣਗੀਆਂ, ਉਹਨਾਂ ਨੂੰ ਪਰੇਸ਼ਾਨੀ ਨਹੀਂ ਹੋਏਗੀ। ਇਸ ਤਰ੍ਹਾਂ ਦੀ ਕਈ ਚੀਜ਼ਾਂ ਭਾਜੀ ਕਾਉਂਸਲ ਕਰ ਸਕਦਾ ਹੈ, ਆਬਵੀਅਸਲੀ ਇਨ ਕੋਲੈਬੋਰੇਸ਼ਨ ਵਿਦ ਦ ਸਕੂਲ ਕਾਉਂਸਲ। ਟ੍ਰੈਫਿਕ ਮੈਨੇਜਮੈਂਟ ਸਾਰੇ ਵਿੰਡਮਸ ਦੇ ਸਕੂਲ 'ਚ ਪ੍ਰੋਬਲਮ, ਮੈਜੋਰਿਟੀ ਆਫ ਦ ਸਕੂਲਸ ਦਿਸ ਇਜ਼ ਅ ਬਿਗ ਇਸ਼ੂ, ਤੇ ਦਿਸ ਇਜ਼ ਸਮਥਿੰਗ ਔਨ ਮਾਈ ਏਜੰਡਾ ਐਜ਼ ਵੈਲ ਭਾਜੀ। ਤੁਹਾਡੇ ਏਜੰਡੇ 'ਚ ਹੈਗਾ ਨਾ? ਚਲੋ ਇਹ ਅੱਛਾ। ਫਿਰ ਤੁਸੀਂ ਤੁਹਾਡੇ ਏਰੀਏ ਦੇ ਵਿੱਚ ਤੁਸੀਂ ਕਿਤੇ ਨੋਟ ਕੀਤਾ ਹੋਏਗਾ ਵਿੰਡਮ 'ਚ ਡਾਰਕ ਏਰੀਆ ਵੀ ਹੋਣਗੇ? ਭਾਜੀ ਬੜੇ ਡਾਰਕ ਏਰੀਆ ਇੱਥੇ। ਤੁਸੀਂ ਟਾਰਨਿਟ ਸਟੇਸ਼ਨ ਤੋਂ ਜੇ ਨਿਕਲੋਗੇ ਤੇ ਜੇ ਕਿਸੇ ਕੋਲ ਕਨਵੈਂਸ ਨਹੀਂ ਹੈਗਾ, ਉਹਨਾਂ ਨੇ ਪੈਦਲ ਜਾਣਾ ਹੈ ਆਪਣਾ ਡਾਰਥੀਜ਼ ਰੋਡ ਵੱਲ, ਤੇ ਲਾਈਟਾਂ ਹੈ ਹੀ ਨਹੀਂ, ਬਿਲਕੁਲ ਵੀ ਨਹੀਂ ਹੈਗੀਆਂ ਭਾਜੀ ਉੱਥੇ। ਤੇ ਤੁਹਾਡੇ ਏਜੰਡੇ 'ਚ ਉਹ ਹੈਗਾ ਕਿ ਨਹੀਂ ਹੈਗਾ? ਮੇਰਾ ਕਹਿਣ ਤੋਂ ਮਤਲਬ ਇਹ ਹੈਗਾ, ਹਾਂਜੀ, ਮੇਰਾ ਕਹਿਣ ਤੋਂ ਪੁੱਛਣ ਤੋਂ ਮਤਲਬ ਇਹ ਹੈਗਾ ਕਿ ਉਹ ਤੁਹਾਡੇ ਏਜੰਡੇ 'ਚ ਹੈਗਾ? ਭਾਜੀ ਦੇਖੋ, ਬੜੀ ਸਾਰੀ ਚੀਜ਼ਾਂ ਦਾ ਕਾਮਨ ਹੀ ਹੈ। ਹੁਣ ਜਿਹੜੇ ਵੀ ਕੈਂਡੀਡੇਟਸ ਆਣਗੇ ਦੇਰ ਓਨਲੀ ਹੈਂਡਫੁਲ ਆਫ ਇਸ਼ੂਜ਼ ਦੇ ਕੈਨ ਰੇਜ਼, ਹੈ ਨਾ ਭਾਜੀ। ਜਿਸ ਤਰ੍ਹਾਂ ਪਾਰਕਸ ਦਾ ਮੁੱਦਾ ਹੋ ਗਿਆ, ਲਾਈਟਿੰਗ ਦਾ ਮੁੱਦਾ ਹੋ ਗਿਆ, CCTV ਦਾ ਮੁੱਦਾ ਹੋ ਗਿਆ, ਡਾਰਕ ਸਪੌਟਸ ਦਾ ਮੁੱਦਾ ਹੋ ਗਿਆ। ਇਹ ਜਿਸ ਤਰ੍ਹਾਂ ਹੁਣ ਲਾਈਟਾਂ ਇੱਥੇ ਹੈਗੀਆਂ, ਇੱਥੇ ਨਹੀਂ ਹੈ, ਆਈ ਵਿਲ ਬੀ ਐਡਵੋਕੇਟਿੰਗ ਫॉर ਇਟ ਕਿ ਇੱਥੇ ਲਾਈਟਾਂ ਹੋਣੀਆਂ ਚਾਹੀਦੀਆਂ ਬਿਕਾਜ਼ ਇਟਸ ਅ ਰਿਸਕ ਟੂ ਪੀਪਲ ਹੂ ਆਰ ਟਰੈਵਲਿੰਗ ਐਟ ਨਾਈਟ ਟਾਈਮ। ਮਗਰ ਡਾਰਕ ਇਹ ਸਪੌਟਸ ਤੁਸੀਂ ਗੱਲ ਕੀਤੀ। ਹਾਂਜੀ, ਮੈਂ ਸਿਰਫ ਇਹ ਕਹਿਣਾ ਚਾਹ ਰਿਹਾ ਕਿ ਤੁਸੀਂ ਜਿਸ ਤਰ੍ਹਾਂ ਕਿਹਾ ਹੈ ਕਿ ਉਹ ਦੂਸਰੇ ਕਾਉਂਸਲਰ ਵੀ ਆਉਣਗੇ, ਉਹਨਾਂ ਕੋਲ ਵੀ ਇਹ ਚੀਜ਼ਾਂ ਦੇ ਮੁੱਦੇ ਹੋਣਗੇ, ਮਗਰ ਹੁਣ ਵੀ ਤੇ ਕੋਈ ਨਾ ਕੋਈ ਐਟ ਪ੍ਰੈਜ਼ੈਂਟ ਉੱਥੇ ਕਾਉਂਸਲਰ ਹੈਗਾ ਕਿ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਕਿ ਇੱਥੇ ਡਾਰਕ ਏਰੀਆ ਹੈਗੇ ਨੇ? ਭਾਜੀ ਜਿਸ ਤਰ੍ਹਾਂ ਮੈਂ ਤਾਂ ਪਹਿਲਾਂ ਗੱਲ ਕੀਤੀ ਕਿ ਜੇ ਮੇਅਰ ਜਿਹੜਾ ਕਿ ਟਾਰਨਿਟ 'ਚ ਹੀ ਰਹਿੰਦਾ, ਉਹਨੂੰ ਜੇ ਪਾਰਕ ਦਾ ਨਹੀਂ ਪਤਾ ਸੀ ਰੋਥਵੈਲ 'ਚ 3 ਸਾਲ ਪਹਿਲਾਂ ਦਾ, ਤੇ ਵਾਟ ਕੈਨ ਯੂ ਐਕਸਪੈਕਟ? ਆਮ ਨਾਟ ਬਲੇਮਿੰਗ ਅਸੀਂ ਭਾਜੀ ਜੋ ਅਸੀਂ ਕਰ ਸਕਦੇ ਹਾਂ, ਵੀ ਹੈਵ ਟੂ ਕੰਟਰੋਲ ਦੈਟ। ਲੋਕਾਂ ਨੇ ਕੀ ਕੀਤਾ, we can't control that, ਹੈ ਨਾ ਭਾਜੀ। we can only push them to an extent, we can write to them, we can complain to them, but if I get chosen, we will make sure ਭਾਜੀ ਜਿਹੜੇ ਵੀ ਹੈਗੇ ਪਬਲਿਕ ਦੇ ਮੁੱਦੇ, we are advocating for it to make sure those services are delivered। ਤੇ ਡਾਰਕ ਸਪੌਟ ਭਾਜੀ ਕਾਫੀ ਸਾਰੇ ਜਿਹੜੇ ਸਪੈਸ਼ਲੀ ਬਿਜ਼ਨੈਸਿਸ ਹੈਗੇ ਆ ਜਿੱਥੇ ਇੰਨੇ CCTV ਕੈਮਰਾਜ਼ ਨਹੀਂ ਹੈਗੇ, ਜਿੱਥੇ ਲੱਗਣੇ ਚਾਹੀਦੇ ਆ, ਲੋਕੀ ਡਰੱਗਸ ਲੈਂਦੇ ਆ, which can
देखो CCTV लगाने ਨਾਲ it's not going to resolve the situation है ना, but Exactly. it acts as a deterrent only। ਤੇ CCTV ਦਾ ਮੁੱਦਾ ਭਾਜੀ ਇੱਕ ਹੋਰ ਕਾਉਂਸਲਰ ਨੇ ਪਿੱਛੇ ਕਾਉਂਸਲ ਮੀਟਿੰਗ ਹੋਈ ਸੀ, ਉਸ ਤੇ ਚੱਕਿਆ ਤੇ ਇਟਸ ਬੀਨ ਵਰਕਡ ਅਪਨ। ਹੋਪਫੁਲੀ CCTV ਕੈਮਰਾਸ ਅਪਰੂਵ ਹੋਣਗੇ ਤਾਂ ਲੱਗਣਗੇ। ਤੇ ਹੋਰ ਵੀ ਜੇ ਕੋਈ ਡਾਰਕ ਸਪੌਟਸ ਹੈਗੇ ਤਾਂ ਕਮਿਊਨਿਟੀ ਅੱਗੇ ਆਏ ਤੇ ਸਾਨੂੰ ਪਤਾ ਲੱਗੇ ਭਾਜੀ ਕਿੱਥੇ ਹੋਣੇ ਚਾਹੀਦੇ। ਬਿਕੋਜ਼ ਆਫ ਕੋਵਿਡ ਸਿਚੁਏਸ਼ਨ ਵੀ ਕਾਂਟ ਗੋ ਆਊਟ ਐਂਡ ਆਸਕ ਬਿਜ਼ਨੈਸਿਸ ਕਿ ਉਹਨਾਂ ਨੂੰ ਪ੍ਰੋਬਲਮਸ ਕੀ ਫੇਸ ਕਰ ਰਹੇ ਨੇ, ਕਿਉਂਕਿ ਦੇ ਆਰ ਸਟਰਗਲਿੰਗ ਟੂ ਮੀਟ देयर ਐਂਡਸ ਮੀਟ ਐਟ ਦ ਮੋਮੈਂਟ। ਸੋ ਉਹਨਾਂ ਲਈ ਇਹ ਪ੍ਰਾਇੋਰਟੀ ਨਹੀਂ ਹੈਗੀ, ਉਹਨਾਂ ਲਈ ਪ੍ਰਾਇੋਰਟੀ ਹੈਗੀ ਕਿ ਅਸੀਂ ਟੇਬਲ ਤੇ ਰੋਟੀ ਆਪਣੇ ਬੱਚਿਆਂ ਨੂੰ ਖਵਾਣੀ, ਆਪਣੀ ਫੈਮਿਲੀ ਨੂੰ ਖਵਾਣੀ ਹੈ। ਦੈਟਸ ਦ ਪ੍ਰਾਇੋਰਟੀ। ਬਟ ਆਬਵੀਅਸਲੀ ਸਮਥਿੰਗ ਲਾਈਕ ਦਿਸ ਇਜ਼ ਔਨ ਟੌਪ ਆਫ ਮਾਈ ਮਾਈਂਡ ਐਜ਼ ਵੈਲ ਕਿ ਜਿੰਨੇ ਜਗ੍ਹਾ CCTV ਕੈਮਰਾਸ ਲੱਗੇ ਹੋਣਗੇ, ਲਾਈਟਸ ਪ੍ਰੋਪਰ ਹੋਣਗੀਆਂ, ਉਹਦੇ ਨਾਲ ਸੇਫਟੀ ਕਮਿਊਨਿਟੀ ਦੀ ਵੱਧਦੀ ਹੈ। ਬਿਲਕੁਲ ਠੀਕ। ਤੇ ਜਿਹੜਾ ਤੁਸੀਂ ਇੱਕ ਆਪਣੇ ਹੀ ਪੇਜ ਦੇ ਉੱਤੇ ਬਿੱਲ ਫਰੀਜ਼ ਕਰਨ ਨੂੰ ਲੈ ਕੇ ਇੱਕ ਤੁਸੀਂ 2 ਮਿੰਟ ਦੀ ਵੀਡੀਓ ਪਾਈ ਹੈ, ਉਹ ਕੀ ਹੈਗੀ ਹੈ, ਥੋੜਾ ਜਿਹਾ ਦੱਸੋਗੇ ਸਾਨੂੰ? ਮੈਂ ਤਾਂ ਭਾਜੀ ਵੀਡੀਓ ਪਾਈ ਹੈ ਕਿ ਰੇਟ ਫਰੀਜ਼ ਹੋਣੇ ਚਾਹੀਦੇ ਹੈ ਕਿ ਨਹੀਂ, ਤੇ ਮੈਂ ਆਪਣਾ ਓਪੀਨੀਅਨ ਬੇਸਿਕਲੀ ਪਾਇਆ ਸੀ ਉਸ ਤੇ ਕਿ ਮੇਰਾ ਕੀ ਓਪੀਨੀਅਨ ਹੈ। ਹੁਣ ਕਈ ਲੋਕਾਂ ਨੇ ਕਿਹਾ ਕਿ $100 ਦਾ ਡਿਸਕਾਊਂਟ ਦੇ ਦਿਓ ਜਾਂ ਫਰੀਜ਼ ਕਰ ਦਿਓ ਰੇਟ। ਤੇ ਜਦੋਂ ਇਹ ਮੁੱਦਾ ਕਾਉਂਸਲ 'ਚ ਚੱਕਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਪੈਸਾ ਆਏਗਾ ਕਿੱਥੋਂ, ਕਿ ਅਸੀਂ ਸਰਵਿਸਿਜ਼ ਕਰੀਏ, ਵਿਚ ਆਈ ਅਗਰੀ ਵਿਥ, ਹਨਾ। ਉਹ ਪੈਸਾ ਕਿੱਥੋਂ ਤੋਂ ਆਉਣਾ ਚਾਹੀਦਾ, ਜਾਂ ਕਾਉਂਸਲ ਲੋਨ ਲੈ ਕੇ ਰੇਟ ਫਰੀਜ਼ ਕਰੇਗਾ ਜਾਂ ਡਿਸਕਾਊਂਟ ਦੇਗਾ। ਤੇ ਜੇ ਤੁਸੀਂ ਮੰਨ ਲਓ ਕਿ $100 ਦਾ ਡਿਸਕਾਊਂਟ ਦੇਤਾ ਤੇ 2% ਰੇਟ ਵੱਧ ਗਏ ਤਾਂ ਐਸੈਂਸ਼ੀਅਲੀ ਡਿਸਕਾਊਂਟ ਇਜ਼ $60। ਤੇ $60 ਭਾਜੀ ਇੱਕ ਸਾਲ 'ਚ ਤੁਸੀਂ ਡਿਵਾਈਡ ਕਰ ਦਿਓ ਤੇ ਉਹਦਾ ਕਿੰਨਾ ਫਰਕ ਪੈ ਜਾਏਗਾ ਕਿਸੇ ਦੀ ਲਾਈਫ 'ਚ। ਜੇ ਅਸੀਂ ਕਿਸੇ ਨੂੰ ਡਿਸਕਾਊਂਟ ਦਿੰਨੇ ਆ ਤੇ ਉਹਦਾ ਕੋਈ ਫਰਕ ਵੀ ਪੈਣਾ ਚਾਹੀਦਾ। ਹੁਣ ਜਿਹੜੇ ਲੋਕੀ ਜਿਨ੍ਹਾਂ ਕੋਲ ਹਸਬੈਂਡ ਵਾਈਫ ਦੀ ਜੌਬ ਨਹੀਂ ਹੈਗੀ, ਬਿਜ਼ਨਸ ਬੰਦ ਹੋ ਗਿਆ, ਜੇ ਤੁਸੀਂ ਉਹਨਾਂ ਨੂੰ ਵੇਵਰ ਦੋਗੇ ਜਾਂ ਉਹਨਾਂ ਨੂੰ ਡਿਸਕਾਊਂਟ ਦੋਗੇ, ਇਟਸ ਗੋਇੰ ਟੂ ਮੇਕ ਅ ਵੈਰੀ ਬਿਗ ਡਿਫਰੈਂਸ ਟੂ देयर ਲਾਈਫਸ, rather than ਕਿ ਬਲੈਂਕਟ ਰੂਲ ਨਹੀਂ ਹੋਣਾ ਚਾਹੀਦਾ ਕਿ ਸਾਰਿਆਂ ਨੂੰ ਡਿਸਕਾਊਂਟ ਦੇ ਦਿਓ ਜਾਂ ਸਟਾਪ ਕਰ ਦਿਓ। ਐਂਡ ਆਫ ਦ ਡੇ ਕਾਉਂਸਲ ਜਿਹੜਾ ਕੰਮ ਕਰ ਰਿਹਾ ਉਹ ਤੁਹਾਡੇ ਲਈ ਕੰਮ ਕਰ ਰਿਹਾ, ਤੇ ਜਿਹੜੇ ਉਹ ਰੇਟਸ ਕਲੈਕਟ ਕਰ ਰਿਹਾ ਉਹ ਇਟਸ ਗੋਇੰਗ ਬੈਕ ਟੂ ਦ ਕਮਿਊਨਿਟੀ ਐਨੀਵੇ। ਇਟਸ ਵੈਰੀ ਇੰਪੋਰਟੈਂਟ ਕਿ ਇਹ ਜਿਹੜਾ ਹੈਗਾ ਐਨਾਲਿਸਿਸ ਪ੍ਰੋਪਰ ਹੋਣਾ ਚਾਹੀਦਾ। ਇਟਸ ਨਾਟ ਕਿ ਤੁਸੀਂ ਫਿਗਰ ਯੂ pluck the figure out of the air ਕਿ $100 ਦਾ ਡਿਸਕਾਊਂਟ ਸਾਰਿਆਂ ਨੂੰ ਦਿਓ। It doesn't work like that because it's millions of dollars we are talking about when you multiply with households across Wyndham। ਤੇ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ। ਕਾਉਂਸਲ ਨੇ ਹਾਰਡਸ਼ਿਪ ਫੰਡ ਸੈਟਅਪ ਕੀਤਾ which I don't agree to an extent ਕਿ ਉਹ ਬਹੁਤ ਜ਼ਿਆਦਾ ਹੈਲਪਫੁਲ ਹੈ। ਜਿਸ ਤਰ੍ਹਾਂ ਹੁਣ ਰੇਟ ਡਿਫਰਲ ਲੋਕਾਂ ਨੂੰ ਦੇ ਰਹੇ ਹੋ ਕਿ 6 ਮਹੀਨੇ ਬਾਅਦ ਰੇਟ ਦੇ ਦਿਓ, ਅੱਜ ਨਹੀਂ ਦਿੱਤਾ ਪਰ 6 ਮਹੀਨੇ ਬਾਅਦ ਵੀ ਦੇਣਾ ਪੈਣਾ ਨਾ। ਪਰ ਜਿਹੜੇ ਬੰਦੇ ਕੋਲ ਪੈਸੇ ਹੀ ਨਹੀਂ ਹੈਗੇ, ਤੁਸੀਂ ਉਸ ਤੋਂ ਕਿਸ ਤਰ੍ਹਾਂ ਮਤਲਬ ਵਾਪਸ ਲੈ ਲਓਗੇ ਰੇਟਸ। ਇਹ ਕਾਉਂਸਲ ਨੂੰ ਕੇਸ ਟੂ ਕੇਸ ਬੇਸਿਸ ਦੇਖਣਾ ਚਾਹੀਦਾ ਕਿ ਜਿਹੜੇ ਬੰਦੇ ਦੀ ਵਿਚਾਰੇ ਦੀ ਜੌਬ ਚਲੀ ਗਈ, ਇੰਸਟਾਲਮੈਂਟ ਛੋੜ ਦੇਣੀ ਹੈ, ਇੰਨਾ ਜ਼ਿਆਦਾ ਫਾਈਨੈਂਸ਼ੀਅਲ ਪ੍ਰੈਸ਼ਰ ਆ ਗਿਆ, they should look at more reasonable sort of assistance rather than saying ਕਿ ਕੱਲਾ ਡਿਫਰਲ ਕਰ ਦਿੰਦੇ। ਬਿਲਕੁਲ ਠੀਕ। ਇੱਕ ਮੁੱਦਾ ਜਿਹੜਾ ਹੋਰ ਪੰਜਾਬੀਆਂ ਨਾਲ ਜੁੜਿਆ ਹੋਇਆ, ਪੰਜਾਬੀ ਕਮਿਊਨਿਟੀ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ, ਟਰੱਕ ਪਾਰਕਿੰਗ ਨੂੰ ਲੈ ਕੇ। ਕਦੀ ਕੋਈ ਤੁਹਾਡੇ ਕੋਲ ਇਦਾਂ ਦਾ ਮੈਸੇਜ ਪਹੁੰਚਿਆ ਹੋਵੇ ਟਰੱਕ ਪਾਰਕਿੰਗ ਨੂੰ ਲੈ ਕੇ, ਜਾਂ ਟਰੱਕ ਪਾਰਕਿੰਗ ਨੂੰ ਲੈ ਕੇ ਕੋਈ ਇਸ਼ੂ ਕਿਸੇ ਨੇ ਤੁਹਾਡੇ ਨਾਲ ਚੁੱਕਿਆ ਹੋਵੇ? ਟਰੱਕ ਦਾ ਨਹੀਂ ਭਾਜੀ, ਵੈਨਸ ਦਾ ਤੇ ਜਿਹੜੇ ਛੋਟੇ ਟਰੱਕ ਚੱਲਦੇ ਆ 4 ਟਨ ਵਾਲੇ ਟਰੱਕ, ਕਿਸੇ ਨੇ ਬਿਜ਼ਨਸ ਆਪਣਾ ਸ਼ੁਰੂ ਕੀਤਾ ਸੀ, ਘਰੋਂ ਆਪਰੇਟ ਕਰ ਰਹੇ ਸੀ ਤੇ ਪਾਰਕਿੰਗ ਦੀ ਕਿੱਲਤ ਕਰਕੇ ਉਹਨਾਂ ਨੇ ਆਪਣਾ ਨੇਚਰ ਸਟ੍ਰਿਪ ਤੇ ਖੜਾਣੀ ਸ਼ੁਰੂ ਕਰਤੀਆਂ ਗੱਡੀਆਂ, ਤੇ ਲੋਕਾਂ ਨੇ ਓਬਵੀਅਸਲੀ ਕੰਪਲੇਂਟ ਕੀਤੀ ਤੇ ਇਨਫ੍ਰਿੰਜਮੈਂਟ ਉਹਨਾਂ ਨੂੰ ਆਈ। ਉਸ ਤੋਂ ਬਾਅਦ ਹੀ ਹੈਡ ਟੂ ਸੈਟ ਅਪ ਅ ਨਿਊ ਪਲੇਸ। ਤੇ ਇਸ ਤਰ੍ਹਾਂ ਭਾਜੀ ਸਪੈਸ਼ਲ ਪਾਰਕਿੰਗ ਜਿਹੜੀਆਂ ਹੈਗੀਆਂ ਟਰੱਕ ਦੀਆਂ, ਕਈ ਜਿਹੜੇ ਹੈਗੇ ਆਪਣੇ ਸਰਵਿਸ ਸਟੇਸ਼ਨਸ ਉਹ ਵੀ ਪੈਸੇ ਲੈ ਕੇ ਅਲਾਉ ਕਰਦੇ ਨੇ। there are other means we can explore ਕਿ ਕਿੱਥੇ ਹੋ ਸਕਦੀਆਂ। if that's a big issue for our community, obviously we can explore ਕਿ ਉਹ ਰੀਜ਼ਨੇਬਲ ਖਰਚੇ ਤੇ ਕਿੱਥੇ ਆਪਣੇ ਟਰੱਕਸ ਪਾਰਕ ਕਰ ਸਕਣ ਜੋ ਕਿ ਸੇਫ ਐਂਡ ਸਿਕਿਉਰ ਹੋਣ। something hasn't been brought to my attention but more than willing to have a look। ਮੈਂ ਤੁਹਾਡੀ ਇੱਕ ਵੀਡੀਓ ਦੇ ਵਿੱਚ ਦੇਖਿਆ ਸੀ ਜਿਹਦੇ ਵਿੱਚ ਤੁਸੀਂ ਟਰੱਕ ਪਾਰਕਿੰਗ ਨੂੰ ਲੈ ਕੇ ਇੱਕ ਆਵਾਜ਼ ਸ਼ਾਇਦ ਉਠਾਈ ਸੀ ਕਿ ਜਾਂ ਉਹਦੇ ਵਿੱਚ ਵੈਸੇ ਸੀਗਾ ਉਸ ਵੀਡੀਓ ਦੇ ਵਿੱਚ ਟਰੱਕ ਪਾਰਕਿੰਗ ਨੂੰ ਲੈ ਕੇ। ਮੈਂ ਇੰਨਾ ਸ਼ੋਰ ਨਹੀਂ ਹੈਗਾ ਉਸ ਵੀਡੀਓ ਦੇ ਬਾਰੇ, ਮਗਰ ਮੇਰਾ ਇਸ ਟਾਈਮ ਦਾ ਮੁੱਦਾ ਇਹ ਹੈਗਾ ਕਿ ਜਿਹੜੇ ਲੋਕੀ ਖਾਲੀ ਜਗ੍ਹਾ ਵੇਖ ਕੇ ਹੁਣ ਟਰੱਕ ਖਿਲਾਰ ਲੈਂਦੇ ਨੇ, ਜੇਕਰ ਉਹ ਆਪਣੇ ਟਰੱਕ ਚੁੱਕ ਕੇ ਲੈ ਕੇ ਜਾਣਗੇ ਕਿਸੇ ਹੋਰ ਜਗ੍ਹਾ ਦੇ ਉੱਤੇ, ਕਿ ਆਪਣੇ ਆਸ-ਪਾਸ ਟਰੱਕ ਯਾਰਡ ਇੰਨੇ ਕੁ ਹੈਗੇ ਨੇ? ਜੇਕਰ ਨਹੀਂ ਹੈਗੇ ਤੇ ਫਿਰ ਉਹਨਾਂ ਨੇ ਕੀ ਹੋ ਸਕਦਾ? ਭਾਜੀ ਅਗੇਨ ਕਿ ਕਿਹੜੀ ਫੈਸਿਲਿਟੀਜ਼ ਅਸੀਂ
ਬਣਾ ਸਕਦੇ ਹਾਂ, ਕਨਵਰਟ ਕਰ ਸਕਦੇ ਹਾਂ ਜੇ ਪਾਰਕਿੰਗ ਬਹੁਤ ਵੱਡਾ ਇਸ਼ੂ ਹੈ ਟਰੱਕਸ ਦੀ। I haven't ਇਹ ਬਲੀਵ ਕਰੋਗੇ ਕਿ ਇਹ ਬਹੁਤ ਵੱਡਾ ਹੀ ਇਸ਼ੂ ਹੈਗਾ। ਕੋਈ ਵੀ ਅੱਜ ਸਟੇਟ ਹੈਗੀ ਹੈ, ਕੋਈ ਵੀ ਕੌਂਸਲ ਹੈਗੀ ਹੈ, ਉਹਦੇ ਵਿੱਚ ਪੰਜਾਬੀਆਂ ਦੀ ਜਿਹੜੀ ਕਮਿਊਨਿਟੀ ਹੈਗੀ ਹੈ, ਉਹਦੇ ਵਿੱਚ ਬਹੁਤ ਸਾਰੀ ਕਮਿਊਨਿਟੀ ਜਿਹੜੀ ਹੈਗੀ ਹੈ ਟਰੱਕ ਦੇ ਨਾਲ ਜੁੜੀ ਹੋਈ ਹੈ, ਟਰੱਕਿੰਗ ਦੇ ਨਾਲ, ਤੇ ਉਹਨਾਂ ਕੋਲ ਆਪਣੇ ਟਰੱਕ ਵੀ ਹੈਗੇ ਨੇ, ਤੇ ਉਹਨਾਂ ਨੂੰ ਇਹਦੀ ਟਰੱਕ ਯਾਰਡ ਉਹਨੇ ਨਹੀਂ ਹੈਗੇ, ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਔਖੇ ਜਾਂ ਸੌਖੇ ਹੋ ਕੇ ਕਦੀ ਘਰ ਲਾਉਣਾ ਪੈਂਦਾ, ਕਦੀ ਕਿਤੇ ਲਾਉਣਾ ਪੈਂਦਾ। ਇਹ ਪ੍ਰੋਬਲਮਸ ਹੈਗੀ ਹੈ। ਇਹ ਸਾਡੇ ਕੋਲ ਕਾਫੀ ਮੈਸੇजेस ਹੈਗੇ ਨੇ ਇਸ ਚੀਜ਼ ਨੂੰ ਲੈ ਕੇ ਕਿ ਟਰੱਕ ਯਾਰਡ ਦੇ ਉੱਤੇ ਕਦੀ ਵੀ ਕਿਸੇ ਕੌਂਸਲ ਨੇ ਧਿਆਨ ਨਹੀਂ ਦਿੱਤਾ। ਕੌਂਸਲ ਸਿਰਫ ਫਾਈਨ ਦੇਣ ਵੱਲ ਜ਼ਰੂਰ ਧਿਆਨ ਦੇ ਦਿੰਦੀ ਹੈ, ਇਨਫ੍ਰਿੰਜਮੈਂਟ ਉਹਨਾਂ ਨੂੰ ਦੇ ਦਿੰਦੀ ਹੈ, ਮਗਰ ਕਿਸੇ ਨੇ ਟਰੱਕ ਯਾਰਡ ਦੀ ਆਵਾਜ਼ ਅਜੇ ਤੱਕ ਨਹੀਂ ਬਣਾਈ। ਭਾਜੀ ਦੇਖੋ ਕਈ ਚੀਜ਼ਾਂ ਐਕਸਪਲੋਰ ਕਰ ਸਕਦੇ। ਫੋਰ ਐਗਜ਼ਾਮਪਲ ਹੁਣ ਚਲੋ ਗੱਲ ਕਰਦੇ ਕਰਦੇ ਦਿਮਾਗ 'ਚ ਆਇਆ, ਹੁਣ ਟ੍ਰੇਨ ਸਟੇਸ਼ਨ ਰਾਤ ਨੂੰ ਖਾਲੀ ਹੁੰਦੇ ਨੇ, ਟ੍ਰੇਨ ਸਟੇਸ਼ਨ ਦੀ ਪਾਰਕਿੰਗ। ਇਫ ਕਾਉਂਸਲ ਕੈਨ ਸਪੀਕ ਟੂ ਸਟੇਟ ਗਵਰਨਮੈਂਟ, ਜੇ ਅਲਾਉ ਕਰਤਾ ਜਾਏ ਮਿਨੀਮਮ ਫੀਸ ਤੇ ਭਾਜੀ $5-10 ਦੀ, ਕਾਉਂਸਲ ਨੂੰ ਵੀ ਪੈਸੇ ਆ ਰਹੇ ਆ, ਗਵਰਨਮੈਂਟ ਨੂੰ ਵੀ ਪੈਸੇ ਆ ਰਹੇ ਆ, ਤੇ ਜਿਹੜੀ ਆਪਣੀ ਪਾਰਕਿੰਗ ਦੀ ਦਿੱਕਤ ਹੈਗੀ ਆ ਉਹ ਵੀ ਖਤਮ ਹੋ ਸਕਦੀ ਹੈ। ਵਨ ਆਫ ਦ ਮੈਨੀ ਥਿੰਗਸ ਵੀ ਕੈਨ ਡੂ। ਬਹੁਤ ਬਹੁਤ ਸ਼ੁਕਰੀਆ ਭਾਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ, ਤੇ ਖਾਸ ਕਰਕੇ ਜਿਹੜੇ ਤੁਸੀਂ ਮੁੱਦੇ ਉਠਾ ਰਹੇ ਹੋ, ਜਿਨ੍ਹਾਂ ਦੀ ਆਵਾਜ਼ ਬਣਾ ਰਹੇ ਹੋ ਨਾ, ਉਹ ਵਾਕਈ ਐਗਜ਼ੈਕਟਲੀ ਲੋਕਾਂ ਦੇ ਨਾਲ ਜੁੜੇ ਹੋਏ ਮੁੱਦੇ ਨੇ। ਸੋ ਉਮੀਦ ਕਰਦੇ ਹਾਂ ਤੇ ਗੁੱਡ ਲੱਕ ਕਿ ਤੁਸੀਂ ਚੁਣ ਕੇ ਆਓਗੇ, ਤੇ ਇਹ ਜਿਹੜੀਆਂ ਤੁਸੀਂ ਅੱਜ ਆਵਾਜ਼ ਬਣ ਰਹੇ ਜੇ ਲੋਕਾਂ ਦੀ, ਤੇ ਤੁਸੀਂ ਇਹ ਆਵਾਜ਼ ਬਣੋਗੇ ਲੋਕਾਂ ਦੀ। I just wanted to add one final thing ਭਾਜੀ। look, ਮੈਨੂੰ ਵੋਟ ਦੇਣ ਭਾਵੇਂ ਕਿਸੇ ਹੋਰ ਕੰਪੀਟੈਂਟ ਬੰਦੇ ਨੂੰ ਵੋਟ ਦੇਣ, ਪਰ ਵੋਟ ਉਹਨੂੰ ਹੀ ਦੇਣਾ ਕਿ ਜਿਸ ਬੰਦੇ ਦੀ ਕੋਈ ਕ੍ਰੈਡੀਬਿਲਿਟੀ ਹੈ, ਤੁਹਾਡੀ ਉਹ ਆਵਾਜ਼ ਬਣ ਸਕਦਾ ਹੈ। ਇਟਸ ਵੈਰੀ ਇੰਪੋਰਟੈਂਟ ਕਿ ਜਦੋਂ ਤੁਹਾਡੇ ਕੋਲ ਬੈਲਟ ਪੇਪਰ ਆਉਂਦੇ ਨੇ, ਤੁਸੀਂ 5-10 ਮਿੰਟ ਲਗਾ ਕੇ ਉਹਨੂੰ ਭਰੋ, ਕਿਹਨੂੰ ਵੋਟ ਦੇ ਰਹੇ ਹੋ, ਉਹਦੀ ਪ੍ਰੈਫਰੈਂਸ ਕਿਹੜੇ ਬੰਦੇ ਨੂੰ ਜਾ ਰਹੀ ਹੈ, ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੀ ਕਮਿਊਨਿਟੀ ਨੂੰ ਪਤਾ ਹੋਣਾ ਕਿ ਪ੍ਰੈਫਰੈਂਸ ਵੋਟਿੰਗ ਕੰਮ ਕਿੱਦਾਂ ਕਰਦੀ ਹੈ। ਤੇ ਜੇ ਤੁਸੀਂ ਇੱਧਰੋਂ ਭਾਜੀ 35 ਬੰਦੇ ਪਿਛਲੀ ਵਾਰੀ ਖੜੇ ਹੋਏ ਸੀ, ਮਤਲਬ 40 ਬੰਦੇ ਐਤਕੀ ਖੜੇ ਹੋਣਗੇ। The reason why no one from Indian community gets successful, ਆਪਣਾ ਇਮਤਿਆਜ਼ ਖਾਨ, he is the councillor from Harrison, ਪਰ ਇੱਧਰੋਂ ਚੈਫੀ ਤੋਂ ਪਿਛਲੀ ਵਾਰੀ ਕੋਈ ਵੀ ਇੰਡੀਅਨ ਕਮਿਊਨਿਟੀ ਤੋਂ ਨਹੀਂ ਆ ਸਕਿਆ, ਕਿਉਂਕਿ ਕਾਫੀ ਸਾਰੇ ਕੈਂਡੀਡੇਟ ਜਿਹੜੇ ਹੈਗੇ ਸੀ ਉਹਨਾਂ ਨੇ ਵੋਟਸ ਸਾਰੀਆਂ ਡਿਵਾਈਡ ਹੋ ਜਾਂਦੀਆਂ ਭਾਜੀ, ਤੇ ਬਜਾਏ ਕਿ ਤੁਸੀਂ 10 ਜਾਂ 15 ਅਲੱਗ-ਅਲੱਗ ਬੰਦਿਆਂ ਨੂੰ ਵੋਟਾਂ ਪਾ ਰਹੇ ਹੋ, choose any 2 or 3 competent people and go and back them up, and they can be your voice in the council. So know what your ward is, know what council does, know what the candidate's credentials are, and make a decision based on that. ਬਹੁਤ ਸਹੀ ਕਿਹਾ ਵੀ 1-2 ਬੰਦਿਆਂ ਨੂੰ ਸਪੋਰਟ ਕਰੋ, ਤਾਂ ਜੋ ਜੇ 40 ਬੰਦੇ ਖਲੋਤੇ ਨੇ ਤੇ 40 ਬੰਦਿਆਂ ਨੂੰ ਅਗਰ ਵੰਡੇ ਜਾਣਗੀਆਂ ਫਿਰ ਤੇ ਉਹ ਕੋਈ ਬਣੇਗਾ ਨਹੀਂ। ਮਗਰ ਉਮੀਦ ਹੈ ਇਸ ਵਾਰੀ ਕਿ ਇੰਡੀਅਨ ਕਮਿਊਨਿਟੀ ਦੇ ਵਿੱਚੋਂ ਕੋਈ ਨਾ ਕੋਈ ਤੁਹਾਡੇ ਵਰਗਾ ਜ਼ਰੂਰ ਸਾਹਮਣੇ ਆਏਗਾ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਜੇ, ਉਮੀਦ ਹੈ ਕਿ ਤੁਸੀਂ ਜ਼ਰੂਰ ਬਣੋਗੇ, ਤੇ ਗੁੱਡ ਲੱਕ ਭਾਜੀ। Thank you so much for having me ਭਾਜੀ, it was a pleasure speaking to you। ਸਤਿ ਸ਼੍ਰੀ ਅਕਾਲ।